किसान वीरों ते भैनों जय हिंद लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जानदे ही हो कि असीं ਵੱਖ-ਵੱਖ दिनां च ਵੱਖ-ਵੱਖ विषयां ते ਵੱਖ-ਵੱਖ माहरां नाल गलबात करदे ही रहने आ। अज भी असीं इसे संबंध च सद्दा पत्र दिता होया। मिठा सिंह जी ओ बल्ले 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 हरप्रीत जी जय हिंद जी जय हिंद मिठा सिंह जी, जय हिंद, जय हिंद। वाह जी वाह डॉक्टर साहब जय हिंद जी जय हिंद जी, क्या जय हिंद बात जी। है बैठो बैठे बैठो जी, बैठो बैठो बैठे जी। हाँ 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 ते रौनक लातियां मैं कह जी मिलाइए मिठा सिंह होरां नूं। नहीं, बहुत बड़े बड़े दिन हो गए ही। आ वेड़े च बैठे हैं तुहाडे नाल हाँ हाँ वाह 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 टाइम हो गया है ना हूँ बाहर ते मिलते रहे हैं हाँ बाहर मिलते रहे हाँ वेड़े च बैठे हैं टाइम हो गया पर गल है जिहड़ी अपनी विहड़े दी खिच हुंदी ना ਉਹਦਾ ਸਵਾਦ ਹੀ ਹੋ ਰਿਹਾ। ਉਹ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ ਬਿਲਕੁਲ ਬਿਲਕੁਲ ਐਵੇਂ ਥੋੜਾ ਸਿਆਣੇ ਆਂਦੇ ਹੈ ਨਾ। ਤੇ ਹੋਰ ਸੁਣਾਓ ਵਧੀਆ ਮਿਠਾ ਸਿੰਘ ਜੀ ਸ਼ੁਕਰੀਆ ਡਾਕਟਰ ਸਾਹਿਬ ਨੂੰ ਲੈ ਕੇ ਆਇਓ ਫਿਰ ਜੀ ਜੀ ਡਾਕਟਰ ਸਾਹਿਬ ਨੂੰ ਮੈਂ ਕਿਹਾ ਉਹ ਨਾਲ ਚਲੋ ਮੇਰੇ ਅੱਜ ਤੁਸੀਂ ਚੰਗਾ ਕੀਤਾ ਬਹੁਤ ਵਧੀਆ ਕੀਤਾ ਤੇ ਫਿਰ ਜਾਣ ਪਛਾਣ ਵੀ ਕਰਾ ਦਿਓ ਪੂਰੀ ਤਰ੍ਹਾਂ। ਮਿਠਾ ਸਿੰਘ ਜੀ ਡਾਕਟਰ ਸਾਹਿਬ ਦਾ ਨਾਮ ਡਾਕਟਰ ਨਿਤਨ ਮਹਿਤਾ ਜੀ ਜੀ ਤੇ ਲੁਧਿਆਣੇ ਆਪਣੀ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਜੀ ਜੀ ਉੱਥੇ ਇੱਕ ਵਿਭਾਗ ਆ ਜੀ ਪਸ਼ੂ ਧਨ ਉਤਪਾਦ ਤਕਨੋਲੋਜੀ ਵਿਭਾਗ। ਅੱਛਾ ਵੀ ਜਿਹੜੇ ਪਸ਼ੂਆਂ ਦੀਆਂ ਆਪਣੇ ਅੱਗੋਂ ਵਸਤਾਂ ਜਿਹੜੀਆਂ ਦੁੱਧ ਹੋਇਆ ਆਂਡੇ ਹੋਏ ਮੀਟ ਹੋਇਆ ਵੀ ਉਹਨਾਂ ਦੇ ਕਿਹੜੇ ਕਿਹੜੇ ਉਤਪਾਦ ਬਣਾ ਸਕਦੇ ਆ ਤੇ ਕਿਵੇਂ ਸਾਡਾ ਕਿਸਾਨ ਭਾਈਚਾਰਾ ਉਹਨਾਂ ਤੋਂ ਲਾਭ ਲੈ ਸਕਦਾ ਹੈ। ਕੀ ਬਾਤ ਹੈ ਉੱਥੇ ਜਿਹੜੇ ਸੇਵਾ ਦਿੰਦੇ ਨੇ। ਕੀ ਬਾਤ ਹੈ ਕੀ ਬਾਤ ਹੈ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਤੇ ਬਹੁਤ ਲਾਹੇਵੰਦ ਗੱਲਾਂ ਬਾਤਾਂ ਇਹਨਾਂ ਨਾਲ ਜਿਹੜੀਆਂ ਅਸੀਂ ਕਰਨੀਆਂ ਜੀ ਅੱਛਾ ਪਸ਼ੂ ਧਨ ਤੋਂ ਆਪਣਾ ਹਰਪ੍ਰੀਤ ਜੀ ਯਾਦ ਆਇਆ ਮੈਨੂੰ ਜੀ ਆ ਪਿੱਛੇ ਜੇ ਤੇਜਪਾਲ ਜੀ ਆਏ ਸੀ ਗੁਲਾਟੀ ਸਾਹਿਬ ਆਏ ਸੀ ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਈਆਂ ਸੀ। ਅੱਛਾ ਜੀ ਇੱਕ ਨਾ ਹੁਣ ਸਰਕਾਰ ਨੂੰ ਹਾਰ ਕੇ ਕਾਨੂੰਨ ਬਣਾਉਣਾ ਪਿਆ ਆ ਜੀ ਨਕਲੀ ਵਸਤਾਂ ਜਿਹੜੇ ਵੇਚਦੇ ਆ ਉਹਨਾਂ ਵਿੱਚ ਤੇ ਪਹਿਲੇ ਵੀ ਸੀ ਬਿਲਕੁਲ ਹੁਣ ਜਿਹੜਾ ਸਖਤ ਕਾਨੂੰਨ ਬਣਾਤਾ ਖਾਸ ਕਰਕੇ ਪਸ਼ੂ ਧਨ ਦੇ ਮੁਤਲਕ। ਠੀਕ ਹੈ ਜੀ ਸੁਣਨ ਚ ਆਇਆ ਮੈਂ ਅਖਬਾਰ 'ਚ ਵੀ ਪੜ੍ਹਿਆ ਸੀ ਵੀ ਸੀਮਨ ਨਕਲੀ ਵਿਕਣਾ ਸ਼ੁਰੂ ਹੋ ਗਿਆ ਡਾਕਟਰ ਸਾਹਿਬ। ਬਿਲਕੁਲ ਮਿਠਾ ਸਿੰਘ ਜੀ ਇਹ ਬੜੀਆਂ ਇਹੋ ਜਿਹੀਆਂ ਗੱਲਾਂ ਸੁਣੀਆਂ ਹਾਂ ਤੇ ਧਿਆਨ 'ਚ ਵੀ ਜਿਹੜੀਆਂ ਇਹ ਲਿਆਂਦੀਆਂ ਗਈਆਂ ਕਿਉਂਕਿ ਵੇਖੋ ਇੱਕ ਪਾਸੇ ਤੇ ਸੰਸਥਾਵਾਂ ਲੱਗੀਆਂ ਹੋਈਆਂ ਵੀ ਬਿਹਤਰ ਨਸਲ ਜਿਹੜੀ ਆ ਆਪਾਂ ਪੈਦਾ ਕਰਨੀ ਆ ਜੀ ਤੇ ਨਕਲੀ ਸੀਮਨ ਜਦੋਂ ਇਹੋ ਜਿਹੇ ਆਉਣ ਲੱਗ ਪਏ ਫਿਰ ਨਸਲ ਜੇ ਕਿੱਦਾਂ ਤੇ ਬੇੜਾ ਗਰਕ ਹੋ ਜਾਣਾ। ਬਿਲਕੁਲ 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 ਦੇਖੋ ਗੱਲ ਇਹ ਹੁੰਦੀ ਆ ਨਾ ਤੇ ਇਹ ਪਸ਼ੂ ਧਨ ਕੋਈ ਹੁਣ 5-7 ਹਜ਼ਾਰ ਦਾ ਤੇ ਆਉਂਦਾ ਨਾ ਜੀ ਨਾ ਵੀ ਬੰਦਾ ਜਿਹੜਾ ਥੋੜਾ ਜਿਹਾ ਨੁਕਸਾਨ ਝੱਲ ਲਵੇ। ਬਿਲਕੁਲ ਇਹ ਵੜ ਕੇ ਲੈਣ ਜਾਈਏ ਐਡਾ ਥੱਬਾ ਨੋਟਾਂ ਦਾ ਲੱਗਦਾ ਹੈ ਨਾ ਫਿਰ ਅੱਗੋਂ ਆਸ ਹੁੰਦੀ ਆ ਉਹਦੇ ਤੇ ਜੀ 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 ਵੀ ਇਹ ਬੋਲੇਗੀ ਇਹਨੂੰ ਨਵੇਂ ਦੁੱਧ ਕਰਾਂਗੇ ਅੱਗੋਂ ਸਾਡੇ ਹੋਰ ਅੱਗੋਂ ਇਹਦੀ ਨਸਲ ਜਿਹੜੀ ਉਹ ਚੰਗੀ ਪੈਦਾ ਹੋਈ। ਮੈਂ ਕਿਹਾ ਮਿੱਠਾ ਸਿੰਘ ਸਾਰਾ ਅੱਗ ਹੀ ਮਾਰ ਲਿਆ ਕਿ ਆਪਾਂ ਜੇ ਨਕਲੀ ਮਿਲ ਗਿਆ ਜਾਂ ਘਟੀਆ ਸੀਮਨ ਮਿਲ ਗਿਆ। ਜੀ 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 ਹੁਣ ਇਹ ਆ ਵੈਸੇ ਤੇ ਮੈਂ ਇੱਕ ਗੱਲ ਸੋਚਦਾ ਪਿਆ ਸਾਂ ਕਿ ਇਹਦੇ 'ਚ ਜ਼ਿਆਦਾ ਕਸੂਰ ਸਾਡੇ ਪਸ਼ੂ ਪਾਲਕਾਂ ਦਾ ਵੀ ਹੈਗਾ। ਠੀਕ ਹੈ ਜੀ ਇਹ ਇੱਕ ਇਹੋ ਜਿਹੀ ਚੀਜ਼ ਆ ਡਾਕਟਰ ਸਾਹਿਬ ਤੁਸੀਂ ਮਾਹਰ ਆ ਤੁਸੀਂ ਇਸ ਚੀਜ਼ ਦੇ ਮਾਹਰ ਆ ਪਸ਼ੂ ਧਨ ਦੇ ਇਹ ਚੀਜ਼ ਤੇ ਆਮ ਵੇਖ ਹੀ ਨਹੀਂ ਸਕਦੀ। ਨਾ ਜੀ ਨਾ ਬਿਲਕੁਲ ਸਹੀ ਕਿਹਾ ਜੀ। ਇਹ ਤੇ ਸਾਂਭਣੀ ਬੜੀ ਔਖੀ ਆ ਜਿਹੜੇ ਵੇਚਦੇ ਆ ਉਹਨਾਂ ਲਈ ਵੀ। ਜੀ ਜੀ ਨਾਲੇ ਇਹ ਜਦੋਂ ਅਸੀਂ ਨਵੇਂ ਦੁੱਧ ਕਰਾਉਣਾ ਹੁੰਦਾ ਪਸ਼ੂ ਤੇ ਇਹ ਆਪ ਤੇ ਟੀਕਾ ਲਾਉਂਦੇ ਹੀ ਨਹੀਂ ਅਸੀਂ ਨਾ ਨਾ ਅਸੀਂ ਕਿਸੇ ਮਾਹਰ ਕਿਸੇ ਡਾਕਟਰ ਚੰਗੇ ਡਾਕਟਰ ਤੋਂ ਲਵਾਉਂਦੇ ਆ ਤੇ ਉਹਦੇ ਕੋਲੋਂ ਸਲਾਹ ਲਈਏ। ਅਸੀਂ ਜ਼ਰੂਰ ਆਮ ਦੁਕਾਨਾਂ ਤੋਂ ਜਾਂ ਗਲੀਆਂ 'ਚੋਂ ਖਰੀਦਣੀ ਆ ਇਹ ਚੀਜ਼। ਬਿਲਕੁਲ ਤੇ ਨਾਲੇ ਮਾੜੀ ਮੋਟੀ ਬੱਚਤ ਕਰਨ ਦੇ ਚੱਕਰ ਦੇ ਵਿੱਚ ਜਿਹੜੇ ਤੁਸੀਂ ਵੱਡੇ ਨੁਕਸਾਨ ਆ ਨਾ ਉਹ ਨਾ ਕਰਾਉਣੇ ਚਾਹੀਦੇ ਆਪਣੇ ਆਪ। ਮੈਂ ਕਿਹਾ ਮੱਝੀਆਂ ਗਾਈਆਂ ਬਰਬਾਦ ਹੋ ਜਾਂਦੀਆਂ ਜਦੋਂ ਇਦਾਂ ਦਾ ਕੰਮ ਕਰ ਲਈਏ ਤੇ ਜੇ ਤੁਹਾਨੂੰ ਪਤਾ ਲੱਗਦਾ ਵੀ ਬੰਦਾ ਕੋਈ ਇਹੋ ਜਿਹਾ ਕੰਮ ਕਰਦਾ ਪਿਆ ਉਹਦੀ ਸ਼ਿਕਾਇਤ ਕਰੋ। ਬਿਲਕੁਲ ਕਰਨੀ ਚਾਹੀਦੀ ਬਿਲਕੁਲ ਠੀਕ ਹੈ ਨਾ ਤਾਂ ਹੀ ਅਸੀਂ ਆਪਣੇ ਪਸ਼ੂ ਧਨ ਨੂੰ ਬਚਾ ਸਕਦੇ ਆ। ਇਹਦੇ ਤੋਂ ਬਚਾਅ ਦੀ ਸਾਨੂੰ ਲੋੜ ਹੈ। ਬਿਲਕੁਲ ਠੀਕ ਹੈ ਜੀ। ਭਾਅ ਆ ਮੰਡੀਆਂ ਦੇ ਸੁਣਾਓ ਜੀ। ਲਓ ਜੀ ਮੰਡੀਆਂ ਦੇ ਭਾਅ ਇਸ ਤਰ੍ਹਾਂ ਅੱਜ ਦੇ ਆ ਬਈ ਆਲੂ ਜਿਹੜਾ ਆ ਜਲੰਧਰ ਵਿਕਿਆ 460 ਰੁਪਏ ਕੁਇੰਟਲ ਜੀ ਅੰਮ੍ਰਿਤਸਰ 600 ਰੁਪਏ ਲੁਧਿਆਣਾ 650 ਰੁਪਏ ਫਿਰੋਜ਼ਪੁਰ 500 ਰੁਪਏ ਕੁਇੰਟਲ ਮਾਨਸਾ ਆਲੂ ਵਿਕਿਆ ਜੀ 900 ਤੇ ਅਬੋਹਰ 750 ਰੁਪਏ ਕੁਇੰਟਲ। ਠੀਕ ਹੈ ਜੀ। ਪਿਆਜ਼ ਅੱਜ ਵਿਕਿਆ ਜੀ ਜਲੰਧਰ 800 ਰੁਪਏ ਕੁਇੰਟਲ ਅੰਮ੍ਰਿਤਸਰ 600 ਰੁਪਏ ਲੁਧਿਆਣਾ 950 ਰੁਪਏ ਫਿਰੋਜ਼ਪੁਰ 1250 ਰੁਪਏ ਮਾਨਸਾ 1700 ਰੁਪਏ ਤੇ ਅਬੋਹਰ 1120 ਰੁਪਏ ਕੁਇੰਟਲ ਪਿਆਜ਼ ਦਾ ਭਾਅ ਰਿਹਾ ਜੀ। ਮਾਨਸਾ ਤੇਜੀ ਹੈ। ਹਾਂ ਤੇਜੀ ਚੰਗੀ ਗੱਲ ਆ ਚੰਗੇ ਪੈਸੇ ਵਟੇ ਗਏ ਜੀ। ਤੇ ਟਮਾਟਰ ਜਿਹੜੇ ਆ ਜਲੰਧਰ ਵਿਕੇ 600 ਰੁਪਏ ਕੁਇੰਟਲ ਅੰਮ੍ਰਿਤਸਰ 400 ਰੁਪਏ ਲੁਧਿਆਣਾ 950 ਰੁਪਏ ਫਿਰੋਜ਼ਪੁਰ 1000 ਰੁਪਏ ਮਾਨਸਾ ਇੱਥੇ ਵੀ ਬਾਜੀ ਮਾਰ ਗਿਆ ਜੀ 1400 ਰੁਪਏ ਕੁਇੰਟਲ ਤੇ ਅਬੋਹਰ 980 ਰੁਪਏ ਜੀ।
ਬੈਂਗਣ ਅੱਜ ਵਿਕਿਆ ਜੀ ਜਲੰਧਰ 600 ਰੁਪਏ, ਅੰਮ੍ਰਿਤਸਰ 900 ਰੁਪਏ, ਲੁਧਿਆਣਾ 600 ਰੁਪਏ, ਫਿਰੋਜ਼ਪੁਰ ਇੱਥੇ ਬਾਜੀ ਮਾਰ ਗਿਆ 1700 ਤੇ 50 ਰੁਪਏ ਕੁਇੰਟਲ ਜੀ। ਮਾਨਸਾ 800 ਰੁਪਏ ਤੇ ਅਬੋਹਰ 1000 ਰੁਪਏ ਕੁਇੰਟਲ। ਠੀਕ ਹੈ ਜੀ। ਤੇ ਘੀਆ ਵਿਕਿਆ ਜੀ ਜਲੰਧਰ 500 ਰੁਪਏ, ਅੰਮ੍ਰਿਤਸਰ 600 ਰੁਪਏ, ਲੁਧਿਆਣਾ 500 ਰੁਪਏ, ਫਿਰੋਜ਼ਪੁਰ 900 ਰੁਪਏ, ਮਾਨਸਾ 700 ਰੁਪਏ ਤੇ ਅਬੋਹਰ 600 ਰੁਪਏ ਕੁਇੰਟਲ ਦੇ ਹਿਸਾਬ ਨਾਲ ਜਿਹੜਾ ਜੀ ਇਹ ਘੀਆ ਵਿਕਿਆ ਜੀ। ਇਹ ਤੇ ਸੀ ਜੀ ਮੰਡੀਆਂ ਦੇ ਭਾਅ ਜੀ। ਹੁਣ ਡਾਕਟਰ ਸਾਹਿਬ ਅੱਜ ਜਾਈਏ ਆ ਬਿਲਕੁਲ ਜੀ, ਬਿਲਕੁਲ। ਜਿਵੇਂ ਤੁਸੀਂ ਇਹਨਾਂ ਦੀ ਜਾਣ ਪਛਾਣ ਕਰਾਈ ਆ ਬਈ ਆਪਣਾ ਪਸ਼ੂ ਧਨ ਯੂਨੀਵਰਸਿਟੀ ਤੋਂ ਜੀ, ਗੁਰੂ ਅੰਗਦ ਦੇਵ ਯੂਨੀਵਰਸਿਟੀ ਤੋਂ ਆਏ ਆ ਜੀ। ਔਰ ਹੈ ਵੀ ਮਾਹਰ ਇਸੇ ਕੰਮ ਜੀ, ਦੇ ਜੀ, ਆ ਜੀ, ਜੀ। ਤੇ ਲਾਹਾ ਲੈਣਾ ਚਾਹੀਦਾ। ਬਿਲਕੁਲ ਬਿਲਕੁਲ ਮਿੱਠਾ ਸਿੰਘ ਜੀ। ਇਹ ਗੁਣਵੱਤਾ ਜਿਹੜੇ ਆ ਨਾ ਸਾਡੇ ਉਤਪਾਦ ਪਸ਼ੂ ਧਨ ਤੇ ਉਤਪਾਦ ਜੀ ਜੀ। ਇਦਾਂ ਦੀ ਕੋਈ ਗੱਲਬਾਤ ਇਹਨਾਂ ਨਾਲ ਕਰਦੇ ਆ। ਗੁਣਵੱਤਾ ਭਰਪੂਰ ਪਸ਼ੂ ਉਤਪਾਦ। ਠੀਕ ਹੈ ਜੀ, ਠੀਕ ਹੈ। ਹੈ ਨਾ, ਜੇ ਤੁਸੀਂ ਕਹਿੰਦੇ ਹੋ ਵੀ ਇਹ ਬਹੁਤ ਮਾਹਰ ਆ ਤੇ ਹਾਂ, ਨਹੀਂ ਬਹੁਤ ਮਾਹਰ ਨਹੀਂ, ਵੈਸੇ ਵੀ ਦੇਖੋ ਨੌਜਵਾਨ ਆ, ਬੜੀਆਂ ਵਸਤਾਂ ਬਣਾਉਂਦੇ ਸਵਾਦਲੀਆਂ। ਚਲੋ ਖਾਵਾਂਗੇ ਆ ਕੇ। ਜੀ ਜੀ, ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਇਹ ਜਿਹੜਾ ਨਾ ਪਸ਼ੂ ਧਨ ਆ ਸਾਡਾ, ਇਹਦਾ ਖੇਤੀ ਖੇਤਰ 'ਚ ਕੀ ਯੋਗਦਾਨ ਆ, ਕੀ ਮਹੱਤਤਾ ਇਹਦੀ, ਸਭ ਤੋਂ ਪਹਿਲਾਂ ਇਹੋ ਹੀ ਦੱਸੋ। ਬਿਲਕੁਲ ਮਿੱਠਾ ਸਿੰਘ ਜੀ, ਜਿਹੜਾ ਪਸ਼ੂ ਧਨ ਹੈ ਉਹ ਖੇਤੀ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹਦਾ। ਜੀ। ਤੇ ਪਹਿਲਾਂ ਇਹਨੂੰ ਸਹਾਇਕ ਧੰਦੇ ਦੇ ਤੌਰ ਤੇ ਲਿੱਤਾ ਜਾਂਦਾ ਸੀ। ਜੀ ਜੀ। ਹੁਣ ਅੱਜ ਕੱਲ੍ਹ ਇਹ ਮੁੱਖ ਕਿੱਤਾ ਮੰਨਿਆ ਗਿਆ। ਜੀ ਜੀ। ਲਗਭਗ ਜੇ ਗੱਲ ਕਰੀਏ ਕੁੱਲ ਆਮਦਨ ਦੀ, ਖੇਤੀ ਖੇਤਰ ਦੇ ਵਿੱਚੋਂ 40% ਜਿਹੜੀ ਹੈਗੀ ਆ ਉਹ ਪਸ਼ੂ ਧਨ ਖੇਤਰ ਚੋਂ ਆਉਂਦੀ ਹੈ। ਜੀ 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 ਜੀ, ਮਤਲਬ ਬਹੁਤ ਜ਼ਿਆਦਾ ਇਹਦੀ ਮਹੱਤਤਾ ਰੱਖਦਾ ਆ। ਬਿਲਕੁਲ, ਪਹਿਲਾਂ 25% ਹੁੰਦੀ ਸੀਗੀ। ਜੀ ਜੀ ਜੀ। ਹੁਣ ਦਿਨੋ ਦਿਨ ਵੱਧਦੀ ਗਈ, ਇਸ ਕਰਕੇ ਹੁਣ ਇਹ 40% ਹੈਗੀ ਆ। ਜੀ ਜੀ ਜੀ। ਤੇ ਇਹਦੇ ਕਈ ਮੁੱਖ ਕਾਰਨ ਨੇ। ਮੇਨ ਕਾਰਨ ਤੁਸੀਂ ਕਹਿ ਸਕਦੇ ਹੋ ਕਿ ਬਈ ਜਿਹੜੀ ਖੇਤੀ ਖੇਤਰ ਦੇ ਵਿੱਚ ਹੈ ਉਹ ਜਿਹੜੀ ਆਮਦਨ ਹੈ ਉਹ ਲਗਾਤਾਰ ਨਹੀਂ ਹੁੰਦੀ। ਹਾਂ ਹਾਂ ਹਾਂ। 6-6 ਮਹੀਨਿਆਂ ਦੇ ਆਪਾਂ ਨੂੰ ਅੰਤਰਾਲ ਤੇ ਮਿਲਦੀ ਹੈਗੀ। ਜੀ ਜੀ ਜੀ। ਪਸ਼ੂ ਧਨ ਖੇਤਰ ਦੇ ਵਿੱਚ ਜਿਹੜੀ ਆਮਦਨ ਹੈ ਉਹ ਆਪਾਂ ਨੂੰ ਲਗਾਤਾਰ ਮਿਲਦੀ ਹੈ ਲਗਾਤਾਰ ਮਿਲਦੀ ਆ ਤੇ ਨਵੇਂ-ਨਵੇਂ ਰੋਜ਼ਗਾਰ ਦੇ ਜਿਹੜੇ ਅਵਸਰ ਹੈ ਉਹ ਵੀ ਪ੍ਰਦਾਨ ਹੁੰਦੇ ਪੈਦਾ ਹੈਗੇ। ਹੁੰਦੇ ਆ। ਜੀ ਜੀ ਜੀ। ਜੀ, ਠੀਕ ਹੈ ਜੀ। ਪੰਜਾਬ ਦੀ ਜੇ ਗੱਲ ਕਰੀਏ ਆਪਾਂ ਹਾਂ ਹਾਂ ਹਾਂ। ਤੇ ਲਗਭਗ 80 ਤੋਂ ਲੈ ਕੇ 82% ਤੱਕ ਆਪਾਂ ਕਹਿ ਸਕਦੇ ਹਾਂ ਜਿਹੜੇ ਦੁੱਧ ਤੇ ਦੁੱਧ ਦੇ ਉਤਪਾਦ ਹਾਂ ਹਾਂ ਉਹਨਾਂ ਦਾ ਮੁੱਲ ਪੈਂਦਾ। ਹਾਂ। 18 ਤੋਂ 20% ਮੀਟ ਤੇ ਆਂਡਿਆਂ ਤੋਂ ਪਸ਼ੂ ਧਨ ਖੇਤਰ ਦੇ ਵਿੱਚ ਆਮਦਨ ਹੁੰਦੀ ਹੈ। ਹੁੰਦੀ ਆ। ਹਿੰਦੁਸਤਾਨ ਦੀ ਜੇ ਗੱਲ ਕਰੀਏ, ਇੰਡੀਆ ਦੀ, ਆਪਾਂ ਨੰਬਰ 1 ਪ੍ਰੋਡਿਊਸਰ ਹੈਗੇ ਜੀ ਮਿਲਕ ਦੇ, ਦੁੱਧ ਦੇ। ਕੀ ਬਾਤ ਹੈ। ਹਾਂਜੀ, ਤੇ ਕਾਫੀ ਟਾਈਮ ਤੋਂ ਹੈਗੇ ਜੀ ਜੀ। ਦੁੱਧ ਦੇ ਪ੍ਰੋਡਿਊਸਰ ਵੀ ਬਹੁਤ ਵਧੀਆ ਤੇ ਆਪਣੀ ਕੰਜ਼ੰਪਸ਼ਨ ਲਾਗਤ ਵੀ ਬਹੁਤ ਜ਼ਿਆਦਾ ਹੈ। ਇਸ ਲਈ ਮਤਲਬ ਇਹ ਬਹੁਤ ਜ਼ਿਆਦਾ ਮਹੱਤਤਾ ਰੱਖਦਾ। ਹਰਪ੍ਰੀਤ ਜੀ, ਇੱਕ ਗੱਲ ਦੀ ਮੈਂ ਤੁਹਾਡੇ ਤੋਂ ਮਾਫੀ ਚਾਹਨਾ। ਦੱਸੋ ਮਿੱਠਾ ਸਿੰਘ। ਕਿਸਾਨ ਵੀਰਾਂ ਭੈਣਾਂ ਨੂੰ ਫੋਨ ਨੰਬਰ ਤੇ ਦੱਸਿਆ ਹੀ ਨਹੀਂ ਆਪਾਂ। ਚਲੋ ਹੁਣ ਦੱਸ ਦਿਓ ਫਿਰ ਕਿਹੜਾ ਮੇਲਾ ਮੁੱਕਿਆ ਵਾ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਜੇ ਕੋਈ ਸਵਾਲ ਕਰਨਾ ਚਾਹੁੰਦੇ ਹੋ ਡਾਕਟਰ ਸਾਹਿਬ ਨੂੰ, ਡਾਕਟਰ ਮਹਿਤਾ ਸਾਡੇ ਕੋਲ ਨੇ। ਗੁਣਵੱਤਾ ਭਰਪੂਰ ਪਸ਼ੂ ਉਤਪਾਦ ਜਿਹੜਾ ਸਾਡਾ, ਇਹਦੇ ਬਾਬਤ ਸਾਨੂੰ ਟੈਲੀਫੋਨ ਕਰ ਸਕਦੇ ਆ। ਸਾਡਾ ਟੈਲੀਫੋਨ ਨੰਬਰ ਹੈ 0181 281 42 61 ਤੇ ਸਾਡਾ ਦੂਜਾ ਨੰਬਰ ਹੈ 0181 281 42 64। ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰਕੇ ਤੁਸੀਂ ਸਵਾਲ ਕਰੋ, ਡਾਕਟਰ ਸਾਹਿਬ ਤੁਹਾਡਾ ਜਵਾਬ ਦੇਣਗੇ। ਜੀ ਹਰਪ੍ਰੀਤ ਜੀ। ਲਓ ਮਿੱਠਾ ਸਿੰਘ ਜੀ, ਹੁਣ ਮੈਂ ਵੀ ਇੱਕ ਸਵਾਲ ਪੁੱਛ ਲਾਂ। ਮੈਂ ਕਿਹਾ ਜੀ ਗੋਲੀ ਕਿਹਦੀ ਤੇ ਗਹਿਣੇ ਕਿਤੇ, ਦੋ ਪੁੱਛੋ ਜੀ। ਜਿਵੇਂ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਵੀ ਇੰਨਾ ਯੋਗਦਾਨ ਆ ਪਸ਼ੂ ਧਨ ਕਿੱਤਿਆਂ ਦਾ। ਜੀ। ਹੁਣ ਵੇਖੋ ਗੱਲ ਆ ਜਾਂਦੀ ਆ ਕਿ ਆਪਾਂ ਕੋਈ ਵੀ ਕਸਬ ਕਰਦੇ ਹਾਂ, ਕੋਈ ਕਿੱਤਾ ਕਰਦੇ ਆ, ਤਾਂ ਜ਼ਰੂਰੀ ਇਹ ਹੁੰਦਾ ਵੀ ਆਪਣਾ ਮੁਨਾਫਾ ਜਿਹੜਾ ਕਿਵੇਂ ਵਧੇ। ਤਾਂ ਹੁਣ ਪਸ਼ੂ ਧਨ ਕਿੱਤਿਆਂ ਦੇ ਵਿੱਚ ਜੇ ਆਪਾਂ ਮੁਨਾਫਾ ਵਧਾਉਣਾ ਹੋਏ ਤੇ ਉਤਪਾਦਾਂ ਰਾਹੀਂ ਜਾਂ ਕਿਸ ਤਰੀਕੇ ਨਾਲ ਆਪਾਂ ਕਿਹੜੇ ਉਪਰਾਲੇ ਕਰ ਸਕਦੇ ਆ ਕਿ ਜਿਹੜਾ ਮੁਨਾਫਾ ਜਿਹੜਾ ਸਾਡਾ ਵੱਧ ਸਕੇ। ਬਿਲਕੁਲ ਡਾਕਟਰ ਸਾਹਿਬ, ਬਹੁਤ ਵਧੀਆ ਸਵਾਲ ਹੈ ਤੁਹਾਡਾ ਜੀ। ਤੇ ਮੁੱਖ ਦੋ ਆਪਾਂ ਇਹਦੇ ਵਿੱਚ ਕੰਮ ਕਰ ਸਕਦੇ ਹਾਂ। ਸਭ ਤੋਂ ਪਹਿਲਾ ਕੰਮ ਹੈ ਆਪਾਂ ਨੂੰ ਆਪਣੇ ਖਰਚੇ ਘਟਾਉਣੇ ਆ। ਜੀ। ਦੂਜੀ ਆਪਣੀ ਆਮਦਨ ਵਧਾਉਣੀ ਹੈ। ਜੀ ਜੀ। ਮੁਨਾਫਾ ਉਦੋਂ ਹੀ ਆਏਗਾ ਜੇ ਆਪਾਂ ਆਪਣੇ ਖਰਚੇ ਘਟਾਵਾਂਗੇ ਤੇ ਆਪਣੀ ਆਮਦਨ ਵਧਾਵਾਂਗੇ। ਜੀ ਜੀ ਜੀ। ਵਧੀਆ ਫਾਰਮ ਦਾ ਪ੍ਰਬੰਧਨ ਕਰਨਾ ਚਾਹੀਦਾ, ਖੁਰਾਕ ਵਧੀਆ ਰੱਖਣੀ ਚਾਹੀਦੀ ਹੈ ਜਾਨਵਰਾਂ ਦੀ, ਉੱਤਮ ਨਸਲ ਦੇ ਜਿਹੜੇ ਜਾਨਵਰ ਹੈ, ਜਿਵੇਂ ਹੁਣ ਪਹਿਲਾਂ ਗੱਲ ਕਰ ਰਹੇ ਸੀਗੇ ਨਸਲ ਸੁਧਾਰ ਦੀ ਗੱਲ ਹੋ ਰਹੀ ਸੀਗੀ, ਉੱਤਮ ਨਸਲ ਦੇ ਆਪਾਂ ਨੂੰ ਜਾਨਵਰਾਂ ਦੀ ਵਰਤੋਂ ਕਰਨੀ ਚਾਹੀਦੀ। ਜੀ 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 ਜੀ। ਜੇ ਆਪਾਂ ਆਮਦਨ ਵਧਾਉਣ ਦੀ ਗੱਲ ਕਹਿੰਦੇ ਆ, ਵਧੀਆ ਜਿਹੜੇ ਉਤਪਾਦ ਮਿਲਦੇ ਆ ਉਹਨਾਂ ਤੋਂ ਜੀ ਮੰਡੀਕਰਨ ਵਧੀਆ ਕਰਿਓ ਜੀ, ਉਹਨਾਂ ਭੰਡਾਰੀਕਰਨ ਪ੍ਰੋਪਰ ਕਰਿਓ ਜੀ। ਤੇ ਸਭ ਤੋਂ ਇੰਪੋਰਟੈਂਟ ਗੱਲ ਵੈਲਿਊ ਐਡੀਸ਼ਨ ਅਤੇ ਪ੍ਰੋਸੈਸਿੰਗ। ਹਾਂ ਠੀਕ ਹੈ ਜੀ, ਠੀਕ ਹੈ। ਜਿੰਨੇ ਵੀ ਪਸ਼ੂ ਧਨ ਉਤਪਾਦ ਹੈ, ਜਦੋਂ ਤੱਕ ਅਸੀਂ ਉਹਨਾਂ ਦੀ ਵੈਲਿਊ ਐਡੀਸ਼ਨ,
ਔਰ ਪ੍ਰੋਸੈਸਿੰਗ ਨਹੀਂ ਕਰਾਂਗੇ ਜੀ ਉਦੋਂ ਤੱਕ ਸਾਡਾ ਮੁਨਾਫਾ ਨਹੀਂ ਵੱਧ ਸਕਦਾ। ਜਿਹੜਾ ਤੁਸੀਂ ਪੰਜਾਬੀ 'ਚ ਬੋਲਦੇ ਸੀ ਗੁਣਵੱਤਾ ਭਰਪੂਰ, ਡਾਕਟਰ ਸਾਹਿਬ ਨੇ ਅੰਗਰੇਜ਼ੀ 'ਚ ਕਰਤਾ ਵੈਲਿਊ ਐਡੀਸ਼ਨ। ਮੈਂ ਇਹੋ ਹੀ ਪੁੱਛਣ ਹੀ ਲੱਗਾ ਹਾਂ ਵੀ ਇਹ ਡਾਕਟਰ ਸਾਹਿਬ ਜਿਹੜੀ ਆਪਣਾ ਦੁੱਧ ਜਾਂ ਮੀਟ ਪ੍ਰੋਸੈਸਿੰਗ ਜਾਂ ਵੈਲਿਊ ਐਡੀਸ਼ਨ ਆ ਜਿਹੜੀ ਤੁਸੀਂ ਗੱਲ ਕੀਤੀ ਆ, ਇਹਨੂੰ ਜਰਾ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਵੀ ਇਹ ਹੁੰਦੀ ਕੀ ਆ, ਇਹਦੇ ਨਾਲ ਫਿਰ ਸਾਡਾ ਮੁਨਾਫਾ ਕਿਵੇਂ ਵੱਧਦਾ? ਮੈਂ ਜਾਣ ਕਰਕੇ ਇਹ ਸ਼ਬਦ ਯੂਜ਼ ਕੀਤਾ ਸੀਗਾ ਵੈਲਿਊ ਐਡੀਸ਼ਨ ਅਤੇ ਪ੍ਰੋਸੈਸਿੰਗ, ਕਿਉਂਕਿ ਜਿੰਨੇ ਵੀ ਸਾਡੇ ਕਿਸਾਨ ਵੀਰ ਤੇ ਐਂਟਰਪ੍ਰੈਨਿਓਰ ਜਿੰਨੇ ਉਦਮੀ ਹੈਗੇ ਉਹ ਇਹਨੂੰ ਵੈਲਿਊ ਐਡੀਸ਼ਨ ਤੇ ਪ੍ਰੋਸੈਸਿੰਗ ਹੀ ਕਹਿੰਦੇ ਆ। ਅੱਛਾ, ਜਦੋਂ ਅਸੀਂ ਗੱਲ ਕਰਦੇ ਆ ਗੁਣਵੱਤਾ ਵਧਾਉਣ ਦੀ ਤੇ ਉਹ ਥੋੜੇ ਜਿਹਾ ਕਨਫਿਊਜ਼ ਵੀ ਹੋ ਜਾਂਦੇ ਆ ਕਈ ਵਾਰੀ। ਤੇ ਸਾਰਿਆਂ ਨੂੰ ਪਤਾ ਕਿ ਬਈ ਵੈਲਿਊ ਐਡੀਸ਼ਨ ਅਤੇ ਪ੍ਰੋਸੈਸਿੰਗ ਕੀ ਸ਼ਬਦ ਹੈਗਾ, ਕੀ ਉਹਦੀ ਸ਼ਬਦਾਵਲੀ, ਇਸ ਕਰਕੇ ਮੈਂ ਜਾਣ ਕਰਕੇ ਯੂਜ਼ ਕੀਤੀ ਸੀ। ਜੀ ਜੀ ਜੀ। ਵੈਲਿਊ ਐਡੀਸ਼ਨ ਜਿਵੇਂ ਆਪਣਾ ਸ਼ਬਦ ਹੈ ਵੈਲਿਊ ਐਡੀਸ਼ਨ, ਉਹਦੀ ਮੁੱਲ ਵਿੱਚ ਵਾਧਾ ਕਰਨਾ। ਠੀਕ ਹੈ ਜੀ, ਠੀਕ ਹੈ। ਉਹਦਾ ਆਰਥਿਕ ਮੁੱਲ ਵਿੱਚ ਵਾਧਾ ਕੀਤਾ ਜਾ ਸਕਦਾ ਜੀ, ਉਹਦੇ ਖੁਰਾਕੀ ਤੱਤਾਂ ਵਿੱਚ ਵਾਧਾ ਕੀਤਾ ਜਾ ਸਕਦਾ, ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਉਹਦੇ ਮੁੱਲ ਨੂੰ ਵਧਾਇਆ ਜਾ ਸਕਦਾ ਹੈ। ਅਟਰੈਕਸ਼ਨ ਜਿਹੜੀ ਕਹਿੰਦੇ ਹੁੰਦੇ ਆ ਵੀ ਆਪਾਂ ਜਦੋਂ ਬਾਜ਼ਾਰ ਜਾਂਦੇ ਆ ਕਈ ਵਾਰੀ ਅਸੀਂ ਲਿਫਾਫਾ ਵੇਖ ਕੇ ਚੀਜ਼ ਖਰੀਦ ਲੈਂਦੇ। ਬਿਲਕੁਲ ਬਿਲਕੁਲ, ਬਹੁਤ ਵਧੀਆ ਤੁਸੀਂ ਐਗਜ਼ਾਮਪਲ ਦਿੱਤਾ ਮਿੱਠਾ ਸਿੰਘ ਜੀ। ਜੀ, ਇੱਕ ਹਿੰਦੀ ਦੀ ਕਹਾਵਤ ਹੈ ਕਿ ਜਿਹੜਾ ਜੋ ਦਿਖਤਾ ਹੈ ਵਹੀ ਬਿਕਤਾ ਹੈ। ਇਹ ਤੇ ਹੈ, ਹੈ ਨਾ। ਤੇ ਜਦੋਂ ਤੱਕ ਅਸੀਂ ਪੈਕੇਜਿੰਗ ਵਧੀਆ ਨਹੀਂ ਕਰਾਂਗੇ ਉਦੋਂ ਤੱਕ ਸਾਡਾ ਜਿਹੜਾ ਪਸ਼ੂਧਨ ਉਤਪਾਦ ਹੈ ਉਹ ਵਧੀਆ ਤਰੀਕੇ ਨਾਲ ਨਹੀਂ ਵਿਕ ਸਕਦਾ। ਹਾਂ ਜੀ। ਤੇ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਬਈ ਆਪਣਾ ਵੈਲਿਊ ਐਡੀਸ਼ਨ ਹੈਗੀ ਆ ਉਹ ਲੈ ਕੇ ਜਾਣੀ ਚਾਹੀਦੀ ਹੈ ਅੱਗੇ। ਜੀ। ਹੁਣ ਜਦੋਂ ਮੁਨਾਫੇ ਦੀ ਗੱਲ ਕਰੀਏ ਵੈਲਿਊ ਐਡੀਸ਼ਨ ਤੇ ਪ੍ਰੋਸੈਸਿੰਗ ਰਾਹੀਂ ਲਗਭਗ 30 ਤੋਂ 40% ਜਿਹੜਾ ਹੈਗਾ ਮੁਨਾਫਾ ਆਪਾਂ ਦੁੱਧ, ਮੀਟ ਤੇ ਅੰਡਿਆਂ ਵਿੱਚੋਂ ਲੱਗ ਸਕਦੇ ਆ। ਬੋਲੇ ਠੀਕ ਹੈ ਜੀ, ਠੀਕ ਹੈ। ਜੇ 100 ਰੁਪਏ ਦਾ ਅਸੀਂ ਮਿਲਕ ਦੁੱਧ ਯੂਜ਼ ਕਰਦੇ ਆ, ਜੇ ਉਹਦੇ ਤੋਂ ਪ੍ਰੋਡਕਟ ਬਣਾਈਏ ਜਿਵੇਂ ਪਨੀਰ, ਖੋਆ, ਜੀ, ਆਈਸਕ੍ਰੀਮ, ਕੁਲਫੀ, ਦਹੀਂ, ਲੱਸੀ, ਤੇ ਜਿਹੜਾ ਵਿਕਰੀ ਹੋਏਗੀ ਉਹ ਲਗਭਗ 135 ਰੁਪਏ ਦੇ ਕਰੀਬ ਹੋਏਗੀ। ਠੀਕ ਹੈ। ਮਤਲਬ 30 ਤੋਂ 35 ਰੁਪਏ ਦਾ ਆਪਾਂ ਨੂੰ ਫਾਇਦਾ ਹੋਏਗਾ 100 ਰੁਪਏ ਤੇ। 35% ਮੁਨਾਫਾ। 35% ਮੁਨਾਫਾ ਹੈਗਾ ਜੀ, ਠੀਕ ਹੈ। ਜੇ ਮੀਟ ਦੀ ਗੱਲ ਕਰੀਏ ਤੇ ਜਿਹੜਾ ਕੱਚਾ ਮੀਟ ਹੈ ਉਹਦੇ ਚੋਂ ਲਗਭਗ ਆਪਾਂ ਨੂੰ 10 ਤੋਂ 15% ਦਾ ਫਾਇਦਾ ਹੋ ਸਕਦਾ। ਅੱਛਾ ਜੀ। ਜੀ, ਜੇ ਉਹਨੂੰ ਪ੍ਰੋਸੈਸ ਕਰਾਂਗੇ, ਜਦੋਂ ਉਹਦੇ ਪ੍ਰੋਡਕਟਸ ਬਣਾਵਾਂਗੇ, ਉਹਦੇ ਉਤਪਾਦ ਬਣਾਵਾਂਗੇ, ਉਹ ਜਿਹੜਾ ਵਾਧਾ ਹੈਗਾ ਉਹ 60 ਤੋਂ 70% ਤੱਕ ਚਲਾ ਜਾਂਦਾ। ਕਈ ਵਾਰੀ 2 ਗੁਣਾ ਵੀ ਹੋ ਜਾਂਦਾ, ਜਿਹਨੂੰ 100% ਕਹਿੰਦੇ। ਅੱਛਾ ਜੀ, ਕੀ ਬਾਤ ਹੈ, ਕੀ ਬਾਤ ਹੈ ਜੀ। ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ ਆ। ਤੇ ਹੁਣ ਡਾਕਟਰ ਸਾਹਿਬ ਜਦੋਂ ਆਪਾਂ ਇਹ ਗੱਲ ਕਰਦੇ ਆਂ ਵੀ ਵੈਲਿਊ ਐਡੀਸ਼ਨ ਦੀ, ਤੇ ਫਿਰ ਜਿਵੇਂ ਦੁੱਧ ਦੀ ਗੱਲ ਕੀਤੀ ਤੁਸੀਂ, ਆਂਡਿਆਂ ਦੀ ਗੱਲ ਕੀਤੀ, ਮੀਟ ਦੀ ਗੱਲ ਕੀਤੀ, ਉਹਦੇ ਤੋਂ ਫਿਰ ਸਾਡਾ ਕਿਸਾਨ ਵੀਰ ਜਾਂ ਸਾਡੀਆਂ ਕਿਸਾਨ ਭੈਣਾਂ ਜਿਹੜੀਆਂ ਹੈ ਉਹ ਕਿਹੜੀਆਂ ਚੀਜ਼ਾਂ ਤਿਆਰ ਕਰਨ ਜਿਹੜੀਆਂ ਹੱਥੋਂ ਹੱਥੀ ਵਿਕਣ? ਜਿਵੇਂ ਤੁਸੀਂ ਮੰਡੀਕਰਨ ਦੀ ਗੱਲ ਕੀਤੀ, ਨਾਲੇ ਅਗਲੇ ਨੂੰ ਸਵਾਦ ਵੀ ਲੱਗਣ ਤੇ ਨਾਲੇ ਅਗਲਾ ਮੁੜ ਕੇ ਲੈਣ ਆਏ, ਉਹ ਕਿਹੜੇ ਚੀਜ਼ਾਂ ਹੋ ਸਕਦੀਆਂ? ਮੁੜ ਕੇ ਘਰ ਜਾ ਕੇ ਦੱਸੇ ਵੀ ਉਹ ਲਾਲ ਰੰਗ ਦਾ ਲਿਆਈ ਲਿਫਾਫਾ। ਜਿਵੇਂ ਕਿ ਮੀਠਾ ਸਿੰਘ ਜੀ ਨੇ ਦੱਸਿਆ ਕਿ ਲਾਲ ਰੰਗ ਦਾ ਲਿਫਾਫਾ ਲੈ ਕੇ ਆਇਓ। ਜੀ ਜੀ ਜੀ। ਦੁੱਧ ਨੂੰ ਅੱਜਕੱਲ ਸਾਰਿਆਂ ਨੂੰ ਪਤਾ ਹੈ ਕਿ ਆਰਗੇਨਾਈਜ਼ ਸੈਕਟਰ, ਉਹਦੇ ਵਿੱਚ ਦੁੱਧ ਦਾ ਜਿਹੜਾ ਉਤਪਾਦਨ ਹੈ ਵਧੀਆ ਚੱਲ ਰਿਹਾ। ਜੀ। ਲੋਕੀ ਪਾਸਚਰਾਈਜ਼ਡ ਮਿਲਕ ਹੁੰਦਾ ਜੀ, ਜਿਹੜਾ ਪੈਕਟ ਬੰਦ ਦੁੱਧ ਆਪਾਂ ਨੂੰ ਮਿਲਦਾ, ਉਹ ਪਾਸਚਰਾਈਜ਼ਡ ਮਿਲਕ ਹੁੰਦਾ ਜੀ। ਜੀ ਜੀ। ਵੱਖ-ਵੱਖ ਰੰਗਾਂ ਦੇ ਵਿੱਚ ਲਿਫਾਫੇ ਵਿੱਚ ਪੈਕ ਕੀਤਾ ਜਾਂਦਾ। ਪੀਲਾ ਲਿਫਾਫਾ ਹੋ ਗਿਆ, ਹਰਾ ਹੋ ਗਿਆ, ਬਹੁਤ ਸਾਰੇ ਰੰਗ ਆ ਜੀ, ਬਹੁਤ ਸਾਰੇ ਰੰਗ ਆ। ਉਹ ਡਿਪੈਂਡ ਕਰਦਾ ਜੀ ਕਿੰਨਾ % ਉਹਦੇ ਵਿੱਚ ਫੈਟ ਆ, ਸਹੀ ਤੇ ਗੱਲ। ਉਨਾ ਹੀ ਉਹ ਮਹਿੰਗਾ ਹੋਊਗਾ। ਹਾਂ। ਜੇ ਆਪਾਂ ਸਪੋਜ਼ ਕਰੋ ਪ੍ਰਾਇਮਰੀ ਪ੍ਰੋਸੈਸਿੰਗ ਦੀ ਗੱਲ ਕਰੀਏ, ਮਿਲਕ ਦੀ, ਦੁੱਧ ਦੀ ਪ੍ਰਾਇਮਰੀ ਪ੍ਰੋਸੈਸਿੰਗ ਦੀ ਗੱਲ ਕਰੀਏ, ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਸੌਖੀ ਚੀਜ਼ ਹੈ ਇਹਨੂੰ ਪੈਕਟ ਬੰਦ ਦੁੱਧ ਬਣਾ ਦਿਓ। ਹਾਂ ਜੀ। ਪਾਸਚਰਾਈਜ਼ ਕਰਕੇ ਪੈਕਟ ਬੰਦ ਦੁੱਧ ਬਣਾਓਗੇ, ਮੁਨਾਫਾ ਲਗਭਗ 10 ਤੋਂ 15% ਦੇ ਕਰੀਬ ਹੋਏਗਾ। ਅੱਛਾ ਜੀ। ਜੇ ਉਹਨੂੰ ਸੈਕੰਡਰੀ ਪ੍ਰੋਸੈਸਿੰਗ ਤੇ ਲੈ ਕੇ ਜਾਓਗੇ, ਦੁੱਧ ਤੋਂ ਸਾਰੇ ਉਤਪਾਦ ਬਣਾਉਣੇ ਆ, ਜਿਵੇਂ ਕਿ ਖੋਆ ਬਣਾਤਾ, ਰਿਵਾਇਤੀ ਪ੍ਰੋਡਕਟ ਬਣਾਤੇ, ਬਰਫੀ ਹੋ ਗਈ, ਮਿਲਕ ਕੇਕ ਹੋ ਗਿਆ, ਫਲੇਵਰਡ ਮਿਲਕ। ਮੈਂ ਫਲੇਵਰਡ ਮਿਲਕ ਦਾ ਇੱਕ ਐਗਜ਼ਾਮਪਲ ਲੈਣਾ ਚਾਹੂੰਗਾ। ਜੀ ਜੀ। ਜਿਹੜਾ ਸੁਗੰਧਿਤ ਦੁੱਧ ਹੁੰਦਾ ਜੀ, ਆ ਹੁੰਦਾ ਜੀ, ਉਹ ਲਾਲ ਜੀ ਰੰਗ, ਗੁਲਾਬੀ ਰੰਗ ਜਾ ਵੀ ਆਉਂਦਾ ਵਿੱਚ। ਬਿਲਕੁਲ ਬਿਲਕੁਲ ਵਿਕਦਾ ਹੁੰਦਾ ਸ਼ਹਿਰਾਂ 'ਚ। ਜੀ। ਉਹਦੇ ਵਿੱਚ ਜਿਹੜੀ ਫੈਟ ਹੁੰਦੀ ਆ ਉਹ ਲਗਭਗ 1.5% ਹੁੰਦੀ ਹੈ ਜੀ। ਬਸ ਜੀ। ਅੱਛਾ। ਉਹਦੇ ਵਿੱਚ ਫਲੇਵਰ ਐਡ ਕੀਤਾ ਹੁੰਦਾ ਜੀ। ਹਾਂ, ਵਿਕਦਾ ਮਹਿੰਗਾ ਜੀ। 200 ml ਦੀ ਬੋਤਲ ਲਗਭਗ ਤੁਹਾਨੂੰ 20 ਰੁਪਏ ਦੀ ਮਿਲੂਗੀ। ਮਿਲਦੀ ਹੈ। ਤੇ 1.5% ਫੈਟ ਦਾ ਜਿਹੜਾ ਤੁਹਾਨੂੰ ਦੁੱਧ ਹੈ ਉਹ ਕਿਸੇ ਵੀ ਥਾਂ ਤੋਂ 30 ਰੁਪਏ ਦਾ ਮਿਲ ਜੂ। ਪਰ ਮਿੱਠਾ ਸਿੰਘ ਜੀ, ਉਹ ਇੱਕ ਬੋਤਲ ਨਾਲ ਸਰਦਾ ਨਹੀਂਗਾ, ਦੂਜੀ ਲੈਣ ਨੂੰ ਜੀ ਕਰ। ਇਸੇ ਕਰਕੇ ਤੇ ਡਾਕਟਰ ਨੇ ਕਿਹਾ ਵੀ ਉਹ ਬਣਾਓ, ਉਹ ਵਿਕਦਾ ਬਹੁਤ ਆ। ਤੇ ਜੇ ਤੁਸੀਂ ਇਹਦੀ ਟੋਟਲ ਕੈਲਕੂਲੇਸ਼ਨ ਕਰੋਗੇ ਤਾਂ ਤੁਹਾਨੂੰ ਇਹ ਪਤਾ ਲੱਗੂਗਾ ਕਿ ਜਿਹੜਾ ਟੋਟਲ ਗਿਆ ਉਹ ਪਰ ਲੀਟਰ ਤੁਹਾਨੂੰ 80 ਰੁਪਏ ਦਾ ਫਲੇਵਰ ਮਿਲ ਗਿਆ। ਜੀ ਜੀ ਠੀਕ ਹੈ, ਜੀ ਠੀਕ ਹੈ। ਜੀ। ਤੇ 30 ਮਾਈਨਸ ਕਰ ਦਿਓ, 80 ਚੋਂ 30 ਗਏ 50 ਰੁਪਏ।
ਜੀ ਜੇ ਤੁਸੀਂ ਬਾਕੀ ਸਾਰੀ ਕੋਸਟ ਕਟਿੰਗ ਕਰਕੇ ਚੱਲੋਗੇ ਤਾਂ ਵੀ ਤੁਹਾਨੂੰ ਪਰ ਲੀਟਰ 25 ਰੁਪਏ ਦਾ ਫਾਇਦਾ ਹੋ ਰਿਹਾ ਹੈਗਾ ਠੀਕ ਹੈ ਹੈਗਾ ਜੀ ਬਿਲਕੁਲ। ਇੰਨਾ ਫਾਇਦਾ ਫਿਰ ਕਿਸੇ ਹੋਰ ਚੀਜ਼ ਤੇ ਨਹੀਂ ਮਿਲ ਸਕਦਾ। ਹਾਂ 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 80 ਰੁਪਏ 'ਚ ਤੁਹਾਨੂੰ 25 ਰੁਪਏ ਦਾ ਫਾਇਦਾ ਹੋ ਰਿਹਾ, ਉਹ ਵੀ ਫਲੇਵਰਡ ਮਿਲਕ ਕਰਕੇ। ਜੀ 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 ਜੀ। ਕਈ ਅਜਿਹੇ ਪ੍ਰੋਡਕਟਸ ਨੇ ਜਿਹੜੇ ਬੜੇ ਹਾਈ ਐਂਡ ਪ੍ਰੋਡਕਟ ਹੁੰਦੇ ਆ, ਅੱਛਾ ਜੀ। ਜਿਵੇਂ ਕਿ ਚੀਜ਼, ਦੁੱਧ ਤੋਂ ਬਣਨ ਵਾਲਾ ਚੀਜ਼, ਹਾਂ ਉਹਦੀ ਮਾਰਕੀਟ ਬਹੁਤ ਵਧੀਆ ਹੈ। ਹਿੰਦੁਸਤਾਨ ਦੇ ਵਿੱਚ ਉਹਦੀ ਮੰਗ ਵੀ ਬਹੁਤ ਹੈਗੀ ਹੈ। ਹਾਂ ਹਾਂ ਅੱਜ ਕੱਲ੍ਹ ਐਕਸਪੋਰਟ ਇੰਪੋਰਟ ਵੀ ਹੋ ਰਿਹਾ। ਆਓ ਅੱਜ ਕੱਲ ਤੇ ਉਹ ਵਿਕਦੇ ਜੀ, ਉਹਦੇ ਸਲਾਈਜ਼ ਕੱਟ ਕੱਟ ਕੇ ਨਿੱਕੇ ਨਿੱਕੇ slices ਬਰੀਕ ਵਿਕਦੇ ਬਰੀਕ ਆ। ਜੇ। ਬਿਲਕੁਲ ਬਿਲਕੁਲ। ਤੇ ਜਿੰਨੇ ਵੀ ਪ੍ਰੋਸੈਸਡ ਪ੍ਰੋਡਕਟ ਹੋ ਗਏ, ਪੀਜ਼ਾ ਹੋ ਗਏ, 버ਗਰ ਹੋ ਗਏ, ਜੀ। ਉਹਨਾਂ ਵਿੱਚ ਉਹਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਅੱਛਾ ਉਹ ਜਿਹੜਾ ਮੁੜ ਕੇ ਪਿਘਲ ਜਾਂਦਾ ਵਾ ਉਹਦੀ ਹੈ। ਗੱਲ ਬਿਲਕੁਲ, ਉਹ ਮੋਜ਼ਰੇਲਾ ਚੀਜ਼ ਹੈਗਾ ਜੀ। ਅੱਛਾ ਅੱਛਾ ਮਤਲਬ ਹੁੰਦਾ ਪਨੀਰ ਹੀ ਆ, ਜੀ, ਜੀ। ਉਹਦਾ ਟੰਗ ਵਾਖਿਆ। ਬਿਲਕੁਲ ਜੀ ਬਿਲਕੁਲ। ਜੀ 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 ਜੀ। ਦੁੱਧ ਤੋਂ ਜਿਵੇਂ ਲੱਸੀ ਬਣਾਤੀ, ਲੱਸੀ ਦੇ ਪਹਿਲਾਂ ਦਹੀਂ ਬਣੂਗੀ, ਫਿਰ ਲੱਸੀ ਬਣੂਗੀ। ਉਹਦੇ ਵਿੱਚ ਜੇ ਆਪਾਂ ਪ੍ਰਾਈਸ ਰੈਸ਼ਨਲਾਈਜੇਸ਼ਨ ਕਰੀਏ ਤਾਂ ਲਗਭਗ ਆਪਾਂ ਨੂੰ 10 ਤੋਂ 15% ਦਾ ਫਾਇਦਾ ਹੋ ਜਾਂਦਾ। ਕੀ ਬਾਤ। ਜੀ ਤੇ ਵੱਡੇ ਪੱਧਰ ਤੇ ਜੇ ਉਹਨੂੰ ਕੰਮ ਕਰੀਏ 1000 2000 1500 ਲੀਟਰ ਜੇ ਆਪਾਂ ਹੈਂਡਲ ਕਰਾਂਗੇ ਤੇ ਫਾਇਦਾ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਹੋਏਗਾ। ਉਹ ਡਾਕਟਰ ਸਾਹਿਬ ਮੈਨੂੰ ਤੇ ਲੱਗਾ ਪਤਾ ਵੀ ਉਹ ਪਨੀਰ ਦਾ ਜਿਹੜਾ ਪਾਣੀ ਬਚਦਾ ਉਹ ਵੀ ਬੜਾ ਵਿਕਦਾ ਅੱਜ ਕੱਲ। ਬਿਲਕੁਲ, ਮੈਂ ਉਹਦੇ ਤੇ ਹੀ ਆ ਰਿਹਾ ਸੀਗਾ ਜੀ। ਜੀ ਉਹ ਜੀ ਬਾਈ ਪ੍ਰੋਡਕਟ ਹੁੰਦਾ ਜੀ, ਜੀ ਜੀ। ਜੇ ਸਹਿ ਉਤਪਾਦ ਜਿਹਨੂੰ ਕਹਿ ਸਕਦੇ ਹਾਂਜੀ ਹਾਂਜੀ। ਉਹ ਜਿਹੜਾ ਪਨੀਰ ਦਾ ਪਾਣੀ ਆ ਉਹਨੂੰ ਵੇਹ ਕਹਿੰਦੇ ਆ। ਹਾਂ ਉਹਦੇ ਵਧੀਆ ਡਰਿੰਕਸ ਬਣਦੇ ਆ ਜੀ। ਹਾਂ ਉਹਦੇ ਵਿੱਚ ਫਲੇਵਰ ਐਡ ਕਰਕੇ, ਉਹਦੇ ਵਿੱਚ ਚੀਨੀ ਐਡ ਕਰਕੇ ਤੁਸੀਂ ਵਧੀਆ ਡਰਿੰਕ ਬਣਾ ਸਕਦੇ ਹੋ। ਹਾਂ ਹਾਂ। ਤੁਸੀਂ ਦੇਖਦੇ ਹੋ ਕਿਸੇ ਸਕੂਲਾਂ ਦੇ ਬਾਹਰ ਅੱਧੀ ਛੁੱਟੀ ਵੇਲੇ ਭੀੜ ਭੜਾਕਾ ਹੋ ਜਾਂਦਾ, ਜੀ ਜੀ। ਸੋਡੇ ਦੀ ਬੋਤਲ ਪੀਂਦੇ ਆ ਬੱਚੇ। ਹਾਂ ਜੀ ਖਤਰਨਾਕ ਹੈ ਬਹੁਤ, ਜੀ। ਕਿਉਂਕਿ ਉਹਦੇ ਵਿੱਚ ਕੁਝ ਵੀ ਨਹੀਂ ਹੈ, ਉਹਦੇ ਵਿੱਚ ਸਿਰਫ ਚੀਨੀ ਪਾਈ ਹੋਈ ਆ। ਕੈਮੀਕਲ ਆ। Chemical ਹੀ ਆ, ਹਾਂ ਹਾਂ ਹਾਂ। ਤੇ ਕਿਸੇ ਸਕੂਲ ਨਾਲ ਰਾਬਤਾ ਕਰਕੇ ਜੀ। ਅੱਧੀ ਛੁੱਟੀ ਵੇਲੇ ਜੇ ਉਹ ਵੇ ਡਰਿੰਕ ਬਣਾ ਕੇ ਤੁਸੀਂ 10 ਰੁਪਏ 'ਚ ਵੇਚੋਗੇ, ਤੁਸੀਂ ਦੇਖੋ ਕਿੰਨਾ ਫਾਇਦਾ ਹੋਏਗਾ। ਆ ਪਹਿਲਾਂ ਤਾਂ ਡੋਲਦੇ ਹੀ ਸੀ ਅਸੀਂ ਉਹ। ਬਿਲਕੁਲ ਬਿਲਕੁਲ। ਹਾਂ ਵੱਡੀ ਡੇਅਰੀਜ਼ ਵੀ ਡੋਲਦੀ ਹੀ ਹੈਗੀ। ਹਾਂ, ਹਾਂ। 90% ਜਿਹੜਾ ਵੇ ਹੈ ਉਹ ਹਿੰਦੁਸਤਾਨ ਦੇ ਵਿੱਚ ਵੇਸਟ ਹੀ ਜਾ ਰਿਹਾ। ਉਹ ਵੇ ਹੁਣ ਵੇਸਟ ਹੋ ਗਿਆ। ਵੇ ਵੇਸਟ ਹੋ ਰਿਹਾ, ਪਰ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ। ਹਾਂ ਹਾਂ। ਦੁੱਧ ਦਾ ਜਿਹੜਾ ਵਧੀਆ ਪ੍ਰੋਟੀਨ ਆ ਉਹ ਵੇ ਦੇ ਵਿੱਚ ਮਿਲਦਾ। ਕੀ ਬਾਤ ਕੀ। ਜਿਹੜੇ ਜਿਮ ਜਾਂਦੇ ਹੈਗੇ ਤੁਸੀਂ ਦੇਖੋ ਉਹ ਵੇ ਪਾਊਡਰ ਯੂਜ਼ ਕਰਦੇ ਆ। ਅੱਛਾ। ਹਾਂਜੀ, ਸੁਕਾ ਕੇ ਉਹਨੂੰ ਯੂਜ਼ ਕਰਦੇ ਆ ਤੇ ਵੀ ਪ੍ਰੋਟੀਨ ਹੁੰਦਾ ਉਹ। ਹਾਂ ਜੀ ਤੇ ਉਹ 5-5 ਹਜ਼ਾਰ ਰੁਪਏ ਕਿਲੋ ਹਿਸਾਬ ਵਿਕਦਾ ਤੇ ਬਹੁਤ ਮਹਿੰਗਾ ਜਾਂਦਾ ਹੈ। ਕੀ ਬਾਤ ਹੈ ਕੀ। ਇਹ ਵੈਲਿਊ ਐਡੀਸ਼ਨ ਆ, ਇਹੀ ਪ੍ਰੋਸੈਸਿੰਗ ਆ ਹਾਂ ਦੁੱਧ ਦੀ। ਮਤਲਬ ਜੇ ਅਸੀਂ ਘੋਖਣ ਜਾਈਏ ਤੇ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੈ ਬਿਲਕੁਲ। ਜਿਹੜੀਆਂ ਅਸੀਂ ਇਹ ਸਾਰੇ ਪਦਾਰਥ ਬਣਾ ਸਕਦੇ ਹਾਂ। ਬਿਲਕੁਲ ਜੀ। ਡਾਕਟਰ ਸਾਹਿਬ ਬੜੀਆਂ ਸੋਹਣੀਆਂ ਗੱਲਾਂ ਆਪਾਂ ਕਰਦੇ ਪਏ ਆ, ਤੁਸੀਂ ਬਹੁਤ ਸੋਹਣੇ ਸਾਨੂੰ ਸੁਝਾਅ ਵੀ ਦਿੰਦੇ ਪਏ ਆ। ਗੱਲ ਤੇ ਇਹ ਆ ਵੀ ਕੱਲੀਆਂ ਗੱਲਾਂ ਕਰਨ ਨਾਲ ਕੋਈ ਕੰਮ ਹੁੰਦਾ ਨਹੀਂ। ਜੀ ਇਹ ਕੰਮ ਆਉਣਾ ਚਾਹੀਦਾ, ਤੁਹਾਨੂੰ ਕਰਨਾ ਆਉਣਾ ਚਾਹੀਦਾ। ਬਿਲਕੁਲ ਜੀ। ਤੇ ਇਹਦੇ ਵਾਸਤੇ ਜੇ ਅਸੀਂ ਕੋਈ ਸਿਖਲਾਈ ਲੈਣੀ ਹੋਵੇ ਪਸ਼ੂ ਪਾਲਕਾਂ ਨੇ, ਉਹ ਕਿੱਥੋਂ ਲੈਂਦੇ ਆ? ਦੇਖੋ ਮਿੱਠਾ ਸਿੰਘ ਜੀ, ਜਿਹੜੀ ਮੁੱਢਲੀ ਸਿਖਲਾਈ ਆ ਉਹ ਤਾਂ ਕਈ ਰਸਾਲੇ ਯੂਨੀਵਰਸਿਟੀ ਦੇ ਹੈਗੇ ਜੀ। ਜਿਨ੍ਹਾਂ ਤੋਂ ਮਿਲ ਜਾਂਦੀ ਹੈ। ਹੂੰ। ਤੇ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ ਜਦੋਂ ਵੀ ਕੋਈ ਟ੍ਰੇਨਿੰਗ ਲੈਣੀ ਆ ਜਾਂ ਸਿਖਲਾਈ ਕੋਰਸ ਕਰਨਾ ਹੈ, ਉਹਦੀ ਮੁੱਢਲੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ। ਹੂੰ। ਸਿਖਲਾਈ ਲਈ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਕਾਲਜ ਹੈਗਾ ਡੇਅਰੀ ਦਾ, ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨੋਲੋਜੀ। ਜੀ ਉੱਥੇ ਮਿਲਕ ਦੀ ਪ੍ਰੋਸੈਸਿੰਗ, ਦੁੱਧ ਦੀ ਪ੍ਰੋਸੈਸਿੰਗ ਅਤੇ ਵੈਲਿਊ ਐਡੀਸ਼ਨ ਦੀ ਟ੍ਰੇਨਿੰਗ ਕਰਾਈ ਜਾਂਦੀ ਹੈ। ਜੀ ਜੀ ਜੀ। ਮੀਟ ਤੇ ਆਂਡਿਆਂ ਦੀ ਟ੍ਰੇਨਿੰਗ ਸਾਡਾ ਇੱਕ ਵਿਭਾਗ ਹੈਗਾ, ਡਿਪਾਰਟਮੈਂਟ ਆਫ ਲਾਈਵ ਸਟਾਕ ਪ੍ਰੋਡਕਟਸ ਟੈਕਨੋਲੋਜੀ। ਉਹ ਵੀ ਜੀ। ਚੀਜ਼ਾਂ ਦੱਸਿਓ ਕਿਹੜੀਆਂ ਕਿਹੜੀਆਂ ਬਣਦੀਆਂ। ਬਿਲਕੁਲ, ਮੀਟ ਦੇ ਵੱਖ-ਵੱਖ ਉਤਪਾਦ ਜਿਵੇਂ ਕਿ ਮੀਟ ਦੀ ਪੈਟੀਜ਼, ਮੀਟ ਦੇ ਨਗੇਟਸ, ਮੀਟ ਦੀ ਸੌਸੇजेस, ਮੀਟ ਦੇ ਬਲੌਕਸ, ਮੀਟ ਦੇ ਚਿਪਸ, ਮੀਟ ਦੇ ਬਿਸਕਟ, ਨਵੇਂ-ਨਵੇਂ ਪ੍ਰੋਡਕਟਸ ਹੈਗੇ ਜਿਹੜੇ ਸਟੈਂਡਰਡਾਈਜ਼ਡ ਟੈਕਨੋਲੋਜੀ ਨਾਲ ਅਸੀਂ ਬਣਾਉਂਦੇ ਆ ਤੇ ਨਾਲ ਸਿਖਾਉਂਦੇ ਆ ਤੇ ਸਿਖਾਉਂਦੇ ਵੀ ਹੈਗੇ। ਸਿਖਲਾਈ ਕੋਰਸ ਦੇ ਵਿੱਚ ਲਗਭਗ ਜਦੋਂ ਦੁੱਧ ਦੀ ਗੱਲ ਕਰੀਏ 5 ਦਿਨ ਦਾ ਸਿਖਲਾਈ ਕੋਰਸ ਹੁੰਦਾ। ਅੱਛਾ ਜੀ। ਉਹ ਜਨਰਲ ਕੋਰਸ ਹੁੰਦਾ ਜੀ। 1000 ਰੁਪਏ ਉਹਦੀ ਫੀਸ ਆ। ਅੱਛਾ ਬਸ 1000 ਰੁਪਏ ਫੀਸ ਆ ਤੇ ਫੀਮੇਲਸ ਮਹਿਲਾਵਾਂ ਲਈ, ਔਰਤਾਂ ਲਈ ਉਹ ਫ੍ਰੀ ਆ। ਲੈ ਕਿਆ ਬਾਤ ਆਹ ਹੋਰ ਫਾਇਦਾ ਕਰਤਾ। ਇੱਕ ਨਾਲ ਇੱਕ ਫ੍ਰੀ, ਮੀਆਂ ਬੀਵੀ ਦੋਵੇਂ ਚੱਲ ਜਾਣ। ਤੇ ਜਦੋਂ ਸਪੈਸ਼ਲਾਈਜ਼ਡ ਕੋਰਸ ਦੀ ਗੱਲ ਕਰੀਏ ਜੀ। ਇਹਦੇ ਵਿੱਚ ਕੀ ਕੀਤਾ ਜਾਂਦਾ ਕਿ ਤੁਹਾਨੂੰ ਥਿਉਰੀ ਵੀ ਦੱਸੀ ਜਾਏਗੀ, ਪ੍ਰੈਕਟੀਕਲ ਵੀ ਦੱਸਿਆ ਜਾਏਗਾ ਅੱਛਾ ਜੀ। ਤੇ ਹੈਂਡਸ ਔਨ ਟ੍ਰੇਨਿੰਗ ਕਰਾਈ ਜਾਏਗੀ। ਹਾਂ। ਮੇਰਾ ਨਿੱਜੀ ਤਜਰਬਾ ਕਹਿੰਦਾ ਕਿ ਭਈ ਜਦੋਂ ਤੱਕ ਤੁਸੀਂ ਆਪਣੇ ਹੱਥ ਰਾਹੀਂ ਕੰਮ ਨਹੀਂ ਕਰੋਗੇ ਉਦੋਂ ਤੱਕ ਕੋਈ ਵੀ ਚੀਜ਼ ਕਾਰਗਰ ਨਹੀਂ ਹੁੰਦੀ। ਮਤਲਬ ਇਹ ਆ ਵੀ ਜਿਹੜਾ ਤੁਸੀਂ ਕਿਹਾ ਨਾ ਵੀ ਸਾਡੇ ਰਸਾਲਿਆਂ 'ਚ ਮਿਲਦਾ, ਜਿਹੜੀ ਯੂਨੀਵਰਸਿਟੀ ਵੀ ਛਾਪਦੀ ਆ, ਹਾਂਜੀ ਜਿਵੇਂ ਅਸੀਂ ਪੜ੍ਹਾਈ ਲਈ ਊੜਾ ਐੜਾ ਆਉਣਾ ਜ਼ਰੂਰੀ ਆ, ਜੀ। ਹੈ ਨਾ, ਬਿਲਕੁਲ। ਇਸੇ ਤਰ੍ਹਾਂ ਜੇ ਤੁਸੀਂ ਪੜ੍ਹ ਲਓ ਤੇ ਸਿਖਲਾਈ ਦਾ ਊੜਾ ਐੜਾ ਤੁਹਾਨੂੰ ਆ ਗਿਆ ਬਿਲਕੁਲ। ਤੇ ਵਾਕਬਰਾਂ ਨੇ ਇਹ ਸਿਖਾ ਦੇਣਗੇ। ਹਾਂ ਬਿਲਕੁਲ ਜੀ ਬਿਲਕੁਲ। ਰਹਿਣ ਦਾ ਤੇ ਖਾਣ ਦਾ ਵਧੀਆ ਪ੍ਰਬੰਧ ਹੈ ਯੂਨੀਵਰਸਿਟੀ ਦੇ ਵਿੱਚ। ਜੀ ਜੀ। ਫਾਰਮਰਸ ਹੋਸਟਲ ਹੈਗਾ ਸਾਡੇ ਕੋਲ, ਹਾਂ, ਜਿੱਥੇ ਉਹ ਆ ਕੇ ਰਹਿ ਸਕਦੇ ਆ। ਹਾਂ ਹਾਂ। ਜਦੋਂ ਤੁਸੀਂ ਬੇਸਿਕ ਟ੍ਰੇਨਿੰਗ ਕੋਰਸ ਕਰ ਲਓਗੇ ਦੁੱਧ ਦੀ ਪ੍ਰੋਸੈਸਿੰਗ ਦਾ, ਜੀ ਜੀ। ਉਹਦੇ ਬਾਅਦ ਤੁਸੀਂ ਸਪੈਸ਼ਲਾਈਜ਼ਡ ਕੋਰਸ ਵੀ ਕਰ ਸਕਦੇ ਹੋ। ਅੱਛਾ, ਉਹ ਕਿੰਨੇ ਦਿਨਾਂ ਦਾ ਹੁੰਦਾ ਜੀ? ਉਹ ਸਰ 3 ਦਿਨਾਂ ਦਾ ਹੁੰਦਾ ਅੱਛਾ ਜੀ। ਤੇ ਉਹਦੀ 3000 ਫੀਸ ਹੈ। ਹਾਂ। ਉਹਦੇ ਵਿੱਚ ਕੀ ਕੀਤਾ ਜਾਂਦਾ, ਕੋਈ ਇੱਕ ਪ੍ਰੋਡਕਟ
ਜਿਵੇਂ ਸਪੋਜ਼ ਕਰੋ ਤੁਸੀਂ ਕਹਿਣਾ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਚੀਜ਼ ਤੇ ਸਪੈਸ਼ਲ ਟ੍ਰੇਨਿੰਗ ਲਵਾਂ, ਹਾਂ ਤੇ ਤੁਹਾਨੂੰ ਸਿਰਫ ਔਰ ਸਿਰਫ ਚੀਜ਼ ਹੀ ਬਣਾਇਆ ਜਾਏਗਾ। ਅੱਛਾ। ਜੇ ਤੁਸੀਂ ਕਹੋਗੇ ਮੈਨੂੰ ਸਿਰਫ ਫਲੇਵਰਡ ਮਿਲਕ ਦੀ ਟ੍ਰੇਨਿੰਗ ਚਾਹੀਦੀ ਆ, ਤੇ ਉਹ ਫਲੇਵਰਡ ਮਿਲਕ ਦੀ ਕੀ ਟੈਕਨੀਕ ਹੈਗੀ, ਕੀ ਟੈਕਨੋਲੋਜੀ ਹੈ, ਕਿਵੇਂ ਦੁੱਧ ਨੂੰ ਸਿਲੈਕਟ ਕਰਨਾ, ਕਿਵੇਂ ਉਹਦੇ ਚੋਂ ਫੈਟ ਕੱਢਣਾ ਹੈਗਾ, ਤੇ ਕਿਵੇਂ ਉਹਦੇ ਵਿੱਚ ਫਲੇਵਰ ਪਾਉਣਾ, ਉਹ ਤੁਹਾਨੂੰ ਸਾਰਾ ਸਿਖਾਇਆ ਜਾਏਗਾ। ਮਤਲਬ 5 ਦਿਨ ਦੀ ਬੰਦਾ ਟ੍ਰੇਨਿੰਗ ਲਵੇ, ਇਹ ਵੇਖੇ ਤੁਹਾਡਾ ਰੁਝਾਨ ਹੁਣ ਕਿੱਧਰ ਆ, ਬਿਲਕੁਲ ਉਹ ਫਿਰ 3 ਦਿਨ ਦੀ ਵੱਖਰੀ ਲਵੇ। ਬਿਲਕੁਲ ਹਾਂ, ਜਾਂ ਜਿੱਥੇ ਬੈਠਾ ਉੱਥੇ ਵੇਖੇ ਹਿਸਾਬ ਕਿਤਾਬ ਲਾਵੇ, ਮੰਡੀ ਕਈ ਦੀ ਬਹੁਤੀ ਉੱਠ ਸਕਦੀ ਹੈ। ਬਿਲਕੁਲ। ਹਾਂ, ਤੇ ਜੇ ਮੀਟ ਦੀ ਗੱਲ ਕਰੀਏ, ਹੁਣ ਮੀਟ ਦੀ ਵੀ ਗੱਲ ਕਰ ਲੈਂਦੇ ਆ। ਜੀ ਜੀ ਜੀ। ਮੀਟ ਦੀ ਜੇ ਗੱਲ ਕਰੀਏ, ਸਾਡੇ ਕੋਲ 2 ਮੋਡਿਊਲ ਨੇ ਜੀ। ਇੱਕ ਹੁੰਦਾ ਜੀ ਕਿ ਤੁਸੀਂ ਔਨ ਫਾਰਮ ਟ੍ਰੇਨਿੰਗ ਚਾਹੁੰਦੇ ਹੋ, ਔਨ ਡਿਮਾਂਡ ਟ੍ਰੇਨਿੰਗ ਚਾਹੁੰਦੇ ਹੋ, ਜੀ ਜੀ। ਉਹਦੀ 5000 ਰੁਪਏ ਫੀਸ ਆ ਤੇ 3 ਦਿਨ ਦੀ ਟ੍ਰੇਨਿੰਗ ਆ। ਉਹ ਤੁਸੀਂ ਅਗਲੇ ਦੇ ਅੱਡੇ ਤੇ ਜਾ ਕੇ ਦਿੰਦੇ ਜੇ, ਜਿਹੜੀ ਕਹਿੰਦੇ ਜੇ ਔਨ ਫਾਰਮ? ਨਹੀਂ, ਉਹ ਔਨ ਫਾਰਮ ਜੀ ਹੈਗੀ ਆ, ਉਹ ਐਕਸਪੈਂਸਸ ਫਾਰਮਰ ਬੀਅਰ ਕਰਦਾ, ਉਹ ਫਾਰਮਰ ਲੈ ਕੇ ਚੱਲਦਾ। ਜਦੋਂ ਅਸੀਂ ਲੈਬੋਰੇਟਰੀ ਵਿੱਚ ਟ੍ਰੇਨਿੰਗ ਕਰਾਉਂਦੇ ਆ, ਉਹ 5000 ਰੁਪਏ ਹੈਗੀ ਆ 3 ਦਿਨ ਦੀ ਟ੍ਰੇਨਿੰਗ। ਠੀਕ ਹੈ। ਅੱਛਾ ਅੱਛਾ। ਉਹਦੇ ਵਿੱਚ ਅਸੀਂ ਕਿਸਾਨ ਵੀਰ ਨੂੰ ਇੱਕ ਹਾਈਜੀਨਿਕ ਕਿੱਟ ਪ੍ਰੋਵਾਈਡ ਕਰਦੇ ਆ। ਹਾਈਜੀਨਿਕ ਕਿੱਟ ਦਾ ਮਤਲਬ ਇੱਕ ਅਜਿਹਾ ਬੈਗ ਹੁੰਦਾ ਜਿਹਦੇ ਵਿੱਚ ਤੁਹਾਨੂੰ ਸਾਰੇ ਨਾਈਫਸ ਦਿੱਤੇ ਜਾਣਗੇ, ਸਟੇਨਲੈਸ ਸਟੀਲ ਦੇ। ਅੱਛਾ, ਕੱਟਣ ਕੁੱਟਣ ਵਾਸਤੇ। ਠੀਕ ਹੈ ਜੀ। ਐਪਰਨ ਦਿੱਤਾ ਜਾਊਗਾ, ਗਮ ਬੂਟ ਦਿੱਤੇ ਜਾਣਗੇ, ਹੈਡ ਗੀਅਰ ਦਿੱਤਾ ਜਾਊਗਾ, ਮਾਸਕ ਦਿੱਤਾ ਜਾਊਗਾ ਤੇ ਗਲਵਜ਼ ਦਿੱਤੇ ਜਾਣਗੇ। ਜੀ ਜੀ। ਤਾਂ ਕਿ ਜਦੋਂ ਤੁਸੀਂ ਆਪਣੀ ਟ੍ਰੇਨਿੰਗ ਕਰੋਗੇ ਤੇ ਉਹਨਾਂ ਦੀ ਵਰਤੋਂ ਕਰ ਸਕੋ। ਠੀਕ ਹੈ। ਕਿਉਂਕਿ ਜਦੋਂ ਵੈਲਿਊ ਐਡੀਸ਼ਨ ਤੇ ਪ੍ਰੋਸੈਸਿੰਗ ਦੀ ਗੱਲ ਕਰਦੇ ਆ, ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈਗੀ ਆ, ਉਹ ਹੈਗੀ ਆ ਕਿ ਵੀ ਹਾਈਜੀਨਿਕ ਹੋਣਾ ਚਾਹੀਦਾ, ਸਾਫ ਸੁਥਰੀਆਂ ਚੀਜ਼ਾਂ। ਹਾਂ, ਜਿਹੜੇ ਅੱਜ ਕੱਲ ਵਰਤਦੇ ਸੀ ਆਰਗੇਨਿਕ। ਹਾਂ ਹਾਂ। ਲੋਕੀ ਅੱਜ ਕੱਲ ਸਾਰੇ ਬੜੀ ਹਾਈ ਪਾਵਰ ਹੈਗੀ ਆ ਇਹਨਾਂ ਦੀ। ਜੀ ਜੀ ਜੀ। ਉਹ ਕੋਈ ਵੀ ਮਹਿੰਗੀ ਤੋਂ ਮਹਿੰਗੀ ਚੀਜ਼ ਲੈ ਸਕਦੇ ਆ ਜੀ, ਬਟ ਉਹਨਾਂ ਦੀ ਇੱਕੋ ਹੀ ਕੰਡੀਸ਼ਨ ਹੁੰਦੀ ਹੈ, ਸਾਫ ਸੁਥਰੀ ਹੋਣੀ ਸਾਫ ਸੁਥਰੀ। ਠੀਕ ਹੈ। ਪੈਸੇ ਭਾਵੇਂ 4 ਵੱਧ ਲੱਗ ਜਾਣ, ਬਿਲਕੁਲ। ਚੀਜ਼ ਚੰਗੀ ਹੋਣੀ ਚਾਹੀਦੀ। ਬਿਲਕੁਲ ਜੀ, ਬਿਲਕੁਲ। ਤੇ ਸਾਫ ਸੁਥਰਾ ਮੀਟ ਉਤਪਾਦਨ ਕਿੱਦਾਂ ਕਰਨਾ ਹੈਗਾ, ਉਹ ਉਹਨਾਂ ਨੂੰ ਸਿਖਾਇਆ ਜਾਂਦਾ। ਕੀ ਬਾਤ। ਠੀਕ ਹੈ। ਇਹ ਯੂਨੀਵਰਸਿਟੀ ਚ ਹੀ ਸਾਰਾ? ਯੂਨੀਵਰਸਿਟੀ ਦੇ ਵਿੱਚ, ਡਿਪਾਰਟਮੈਂਟ ਆਫ ਐਲਪੀਟੀ ਦੇ ਵਿੱਚ। ਜੀ ਜੀ। ਕਈ ਵਾਰੀ ਸਾਨੂੰ ਵਿੱਤੀ ਸਹਾਇਤਾ ਬਾਹਰ ਦੀ ਏਜੰਸੀਜ਼ ਤੋਂ ਮਿਲ ਜਾਂਦੀ ਹੈ, ਜਿਵੇਂ ICAR ਹੋ ਗਈ, ਹਾਂ ਹਾਂ, RKVY ਹੋ ਗਈ, NLM ਹੋ ਗਿਆ, ਜਾਂ ਫਿਰ ਗਵਰਨਮੈਂਟ ਆਫ ਪੰਜਾਬ, ਸੂਬੇ ਦੀ ਸਰਕਾਰ ਤੇ ਕੇਂਦਰੀ ਸਰਕਾਰ ਦੀ ਕਈ ਸਕੀਮਾਂ ਨੇ ਜਿਹਦੇ ਵਿੱਚ ਆਪਾਂ ਨੂੰ ਵਿੱਤੀ ਸਹਾਇਤਾ ਮਿਲ ਜਾਂਦੀ ਹੈ। ਜੀ। ਉਦੋਂ ਅਸੀਂ ਫਿਰ ਫ੍ਰੀ ਆਫ ਕੋਸਟ ਕਰਾਉਂਦੇ ਹਾਂ। ਜੀ 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 ਜੀ। ਤੇ ਡਾਕਟਰ ਸਾਹਿਬ, ਤੁਸੀਂ ਫੀਸ ਤੇ ਜਿਹੜੀ ਉਹ ਦੱਸ ਹੀ ਦਿੱਤੀ ਜੀ ਕਿ 1000 ਰੁਪਈਆ ਜੀ, ਪਰ ਨਾਲ ਕਈ ਦੀ ਦਿਮਾਗ 'ਚ ਇਹ ਗੱਲ ਆਉਂਦੀ ਆ ਵੀ ਤੁਸੀਂ ਸਿਖਲਾਈ ਦਿੰਦੇ ਜੇ, ਤਾਂ ਕੋਈ ਉਹਦੀ ਯੋਗਤਾ ਰੱਖੀ ਹੋਏ ਵੀ ਬੰਦਾ ਘੱਟੋ ਘੱਟ ਇੰਨਾ ਪੜ੍ਹਿਆ ਹੋਏ, ਉਹਨੇ 10ਵੀਂ ਪਾਸ ਕੀਤੀ ਹੋਏ, ਉਹ 8ਵੀਂ ਜੋਗਾ ਹੋਏ, ਲਿਖ ਪੜ੍ਹ ਸਕਦਾ, ਉਹ ਵੀ ਕੋਈ ਰੱਖੀ ਹੋਈ ਜੀ ਵੀ ਕਿ ਉਸੇ ਬੰਦੇ ਨੇ ਸਿਖਲਾਈ ਦੇ ਸਕਦੇ ਨੇ? ਬਿਲਕੁਲ ਸਰ। ਜੀ। 10ਵੀਂ ਪਾਸ ਹੋਣਾ ਚਾਹੀਦਾ। ਅੱਛਾ ਜੀ। ਇਹ ਮੁੱਖ ਯੋਗਤਾ ਹੈਗੀ ਹੈ ਜੀ। ਤੇ ਆਪਾਂ ਨੂੰ ਇੱਕ ਫਾਰਮ ਭਰਨਾ ਹੈਗਾ। ਠੀਕ ਹੈ ਜੀ। ਉਹ ਫਾਰਮ ਤੁਹਾਨੂੰ ਯੂਨੀਵਰਸਿਟੀ ਦੀ ਵੈਬਸਾਈਟ ਤੇ ਮਿਲ ਜਾਏਗਾ, ਜੀ। www.gadwasu.in ਤੇ। ਠੀਕ ਹੈ। ਉਹਨੂੰ ਡਾਊਨਲੋਡ ਕਰੋ, ਭਰੋ, ਆਧਾਰ ਕਾਰਡ ਦੀ ਕਾਪੀ ਲਓ ਤੇ ਯੂਨੀਵਰਸਿਟੀ ਵਿੱਚ ਜਮ੍ਹਾਂ ਕਰਾ ਦਿਓ। ਜੀ। ਅੱਛਾ ਅੱਛਾ ਅੱਛਾ। ਉਹਦੇ ਵਿੱਚ ਕੀ ਹੋਏਗਾ ਕਿ ਜਦੋਂ ਵੀ ਸਿਖਲਾਈ ਕੋਰਸ ਕਰਾਇਆ ਜਾਏਗਾ, ਉਦੋਂ ਤੁਹਾਨੂੰ ਸੱਦਾ ਆਏਗਾ, ਉਹ ਯੂਨੀਵਰਸਿਟੀ ਆਪ ਤੁਹਾਨੂੰ ਕੰਟੈਕਟ ਕਰੇ, ਡਿਪਾਰਟਮੈਂਟ ਆਪ ਤੁਹਾਨੂੰ ਹਾਂ ਕੰਟੈਕਟ। ਵੀ ਤੁਸੀਂ ਆਪਣਾ ਟੈਲੀਫੋਨ ਨੰਬਰ ਦੇ ਦੇਣਾ ਬਿਲਕੁਲ। ਯੂਨੀਵਰਸਿਟੀ ਨੂੰ, ਜਦੋਂ ਉਹਨਾਂ ਨੇ ਦੇਖਿਆ ਵੀ ਸਾਡੇ ਜਿਹੜੀ ਸਿਖਲਾਈ ਵਾਲੇ ਪੰਜੇ ਬਹੁਤੇ ਹੋ ਗਏ ਆ, ਹਾਂਜੀ। ਉਹਨਾਂ ਨੇ ਤੁਹਾਨੂੰ ਫੋਨ ਕਰ ਦੇਣਾ ਵੀ ਬਿਲਕੁਲ। ਇੰਨੀ ਤੋਂ ਇੰਨੀ ਤਰੀਕ ਤੱਕ ਸਿਖਲਾਈ ਆ ਰਹੀ ਹੈ। ਠੀਕ ਹੈ ਜੀ। ਸਾਡੇ ਡਿਪਾਰਟਮੈਂਟ ਵਿੱਚ ਅਸੀਂ ਇੱਕ ਡਾਟਾਬੇਸ ਵੀ ਬਣਾਇਆ ਹੋਇਆ, ਜੀ ਜੀ। ਅੱਛਾ ਜੀ। ਜਿਹਦੇ ਵਿੱਚ ਜਿੰਨੇ ਵੀ ਸਿਖਲਾਰਥੀ ਹੈਗੇ ਜਾਂ ਫਿਰ ਜਿਹੜੇ ਚਾਹਵਾਨ ਸਿਖਲਾਰਥੀ ਹੈਗੇ, ਉਹ ਆਪਣੇ ਨੰਬਰ ਰਜਿਸਟਰ ਕਰਾ ਦਿੰਦੇ ਆ। ਅੱਛਾ। ਜਦੋਂ ਵੀ ਸਾਡੇ ਕੋਈ ਟ੍ਰੇਨਿੰਗ ਪ੍ਰੋਗਰਾਮ ਸਟਾਰਟ ਹੋਣਾ ਹੁੰਦਾ, ਅਸੀਂ ਉਹਨਾਂ ਕੋਲ ਕਾਲ ਕਰਦੇ ਆ ਤੇ ਜੋ ਵੀ ਬੰਦਾ ਇੰਟਰਸਟਿਡ ਹੁੰਦਾ, ਉਹ ਟ੍ਰੇਨਿੰਗ ਪ੍ਰੋਗਰਾਮ ਜੁਆਇਨ ਕਰ ਲੈਂਦਾ। ਠੀਕ ਹੈ। ਕੀ ਬਾਤ ਹੈ, ਕੀ ਬਾਤ ਹੈ। ਅੱਛਾ ਡਾਕਟਰ ਸਾਹਿਬ, ਗੱਲ ਇਹ ਆ ਵੀ ਅੱਜ ਕੱਲ ਕੱਲਾ ਬੰਦਾ ਕੋਈ ਕੰਮ ਕਰਦਾ ਨਹੀਂ ਜੀ। ਹੈ ਨਾ। ਮੈਨੂੰ ਵੀ ਕੋਈ ਕਹੂਗਾ ਤੇ ਮੈਂ ਕੱਲਾ ਕਰਨ ਤੋਂ ਥੋੜਾ ਜਿਹਾ ਡਰੂੰਗਾ, ਜਾਂ ਤੇ ਫਿਰ ਮਤਲਬ ਵੱਡੇ ਸਕੇਲ 'ਤੇ ਕਰਾਂ ਮੈਂ, ਉਹ ਵੀ ਬੰਦਾ ਡਰਦਾ ਸ਼ੁਰੂ ਤੋਂ। ਇਹ ਅਸੀਂ ਰਲ ਕੇ ਵੀ ਕਰ ਸਕਦੇ ਹਾਂ ਕੰਮ, ਵੀ 5-7 ਪਸ਼ੂ ਪਾਲਕ ਰਲ ਜਾਈਏ, ਸਿਖਲਾਈ ਲਈਏ ਤੇ ਫਿਰ ਅਸੀਂ ਰਲ ਕੇ ਉਤਪਾਦ ਜਿਹੜੇ ਆ ਉਹ ਬਣਾਈਏ, ਤੁਹਾਡੇ ਕੋਲ ਸਿਖਲਾਈ ਲਿਆ ਕੇ ਤੇ ਉਹ ਰਲ ਕੇ ਹੀ ਵੇਚੀਏ। ਇਦਾਂ ਦਾ ਵੀ ਕੋਈ ਵਸੀਲਾ ਹੈ ਸਾਡੇ ਕੋਲ? ਇਹਨੂੰ ਕੋਆਪਰੇਟਿਵ ਮਾਰਕੀਟਿੰਗ ਕਹਿੰਦੇ ਆ ਜੀ। ਅੱਛਾ, ਤੁਸੀਂ ਅੱਛਾ। ਬਹੁਤ ਵਧੀਆ ਜਿਹੜੀ ਗੱਲ ਕਹੀ ਆ, ਉਹ ਹੈਗਾ ਕਿ ਬਈ ਜਦੋਂ ਕੱਲਾ ਬੰਦਾ ਹੈਗਾ, ਛੋਟੇ ਪੱਧਰ ਤੇ ਕੰਮ ਕਰਨਾ ਬਹੁਤ ਔਖਾ ਹੁੰਦਾ। ਹਾਂ। ਮਸ਼ੀਨਾਂ ਬਹੁਤ ਮਹਿੰਗੀ ਹੈਗੀ, ਵੈਲਿਊ ਐਡੀਸ਼ਨ ਤੇ ਪ੍ਰੋਸੈਸਿੰਗ ਦੀ ਸਭ ਤੋਂ ਜਿਹੜੀ ਮੈਂ ਕਹਿ ਸਕਦਾ ਪ੍ਰੋਬਲਮ ਹੈਗੀ ਆ, ਜੀ। ਜਿਹੜੀ ਦਿੱਕਤ ਆਉਂਦੀ ਆ ਆਪਾਂ ਨੂੰ, ਇਹਨਾਂ ਦੀ ਜਿਹੜੀ ਮਸ਼ੀਨਾਂ ਹੈਗੀ ਆ, ਇਹ ਬੜੀ ਮਹਿੰਗੀ ਹੈ। ਹਾਂ। ਬਾਹਰ ਦੇ ਮੁਲਕਾਂ ਦੀ ਮਸ਼ੀਨਾਂ ਨੇ। ਜੀ ਜੀ ਤੇ ਉਹੀ ਚੱਕਰ ਆ, ਜਦ ਤੱਕ ਆਪਾਂ ਇੱਕ ਜਥੇਬੰਦੀ ਬਣਾ ਕੇ ਕੰਮ ਨਹੀਂ ਕਰਦੇ, ਜੀ ਜੀ। ਉਦੋਂ ਤੱਕ ਉਹ ਚੀਜ਼ਾਂ ਕਾਰਗਰ ਨਹੀਂ। ਨਹੀਂ, ਮਤਲਬ ਇਹ ਆ ਵੀ ਸਾਨੂੰ ਕਿਸੇ ਮਾਹਰ ਨਾਲ ਸਲਾਹ ਮਸ਼ਵਰਾ ਕਰਕੇ ਹੀ ਜਿਹੜਾ ਉਹ ਇਹ ਉਤਪਾਦ ਜਿਹੜੇ ਆ ਗੁਣਵੱਤਾ ਭਰਪੂਰ ਆ, ਇਹ ਕਿੱਤਾ ਕਰਨ ਲਈ ਤਾਂ ਹੀ ਸ਼ੁਰੂ ਕਰਨਾ ਚਾਹੀਦਾ, ਵੀ ਜੇ ਅਸੀਂ ਚੰਗੇ ਕਿਸੇ ਮਾਹਰ ਦੀ ਸਲਾਹ ਲੈ ਲਈ। ਬਿਲਕੁਲ ਮਿੱਠਾ ਸਿੰਘ ਜੀ। ਇਹ ਆਪਣਾ ਹਰਪ੍ਰੀਤ ਜੀ, ਮੌਸਮ ਸੁਣਾਓ। ਮੌਸਮ ਜਿਹੜਾ ਜੀ ਪਿਛਲੇ 24 ਘੰਟਿਆਂ 'ਚ ਤਾਪਮਾਨ ਦੀ ਜੇ ਗੱਲ ਕਰੀਏ, ਹਾਂਜੀ,
ਤੇ ਜਲੰਧਰ ਵੱਧ ਤੋਂ ਵੱਧ 43 ਡਿਗਰੀ ਸੈਲਸੀਅਸ ਰਿਹਾ ਜੀ, ਘੱਟ ਤੋਂ ਘੱਟ 29 ਡਿਗਰੀ। ਠੀਕ ਹੈ ਜੀ। ਗੁਰਦਾਸਪੁਰ 'ਚ 39 ਡਿਗਰੀ ਤੇ ਘੱਟ ਤੋਂ ਘੱਟ 27 ਡਿਗਰੀ। ਫਰੀਦਕੋਟ 'ਚ ਵੱਧ ਤੋਂ ਵੱਧ 40 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 30.5 ਡਿਗਰੀ ਸੈਲਸੀਅਸ ਜੀ। ਪਟਿਆਲਾ 'ਚ ਵੱਧ ਤੋਂ ਵੱਧ 39.4 ਤੇ ਘੱਟ ਤੋਂ ਘੱਟ 23.6 ਜੀ। ਅੰਮ੍ਰਿਤਸਰ 'ਚ ਵੱਧ ਤੋਂ ਵੱਧ 37.8 ਤੇ ਘੱਟ ਤੋਂ ਘੱਟ 28.2। ਬਠਿੰਡਾ 'ਚ ਵੱਧ ਤੋਂ ਵੱਧ 37 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 28। ਜੀ। ਤੇ ਆਉਣ ਵਾਲੇ 24 ਘੰਟਿਆਂ 'ਚ ਮੌਸਮ ਦੇ ਮਹਿਕਮੇ ਵਾਲੇ ਆਂਦੇ ਆ ਵੀ ਸੂਬੇ ਦੀਆਂ ਇੱਕਦਮ 2 ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਆ, ਬਾਕੀ ਆਮ ਤੌਰ ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਠੀਕ ਹੈ ਜੀ। ਹੈ। ਕਿਸਾਨ ਵੀਰੋ ਤੇ ਭੈਣੋ, ਤੁਸੀਂ ਜੇ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ, ਜਿਵੇਂ ਅੱਜ ਗੱਲਬਾਤ ਅਸੀਂ ਕੀਤੀ ਇਹਦੇ ਤੇ, ਜਾਂ ਹੋਰ ਵੀ ਕੋਈ ਤੁਸੀਂ ਸਾਨੂੰ ਸੁਝਾਅ ਦੇ ਸਕਦੇ ਹੋ। ਸਾਨੂੰ ਖੱਤ ਲਿਖੋ, ਸਾਨੂੰ ਈਮੇਲ ਵੀ ਤੁਸੀਂ ਕਰ ਸਕਦੇ ਹੋ। ਖੱਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ, ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ। ਜਿਵੇਂ ਅੱਜ ਅਸੀਂ ਪਸ਼ੂ ਉਤਪਾਦ ਦੀ ਗੱਲ ਕੀਤੀ ਹੈ, ਇਹ ਕਿੱਤਾ ਸ਼ੁਰੂ ਕਰਨ ਲਈ ਸਿਖਲਾਈ ਵਾਸਤੇ ਡਾਕਟਰ ਸਾਹਿਬ ਨੇ ਦੱਸਿਆ ਵੀ ਸਾਨੂੰ ਕਿੱਥੇ ਕਿੱਥੇ ਰਾਬਤਾ ਕਾਇਮ ਕਰਨਾ, ਉਹ ਜ਼ਰੂਰ ਕਰੋ। ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਵੇਖਦੇ ਰਹੋ ਡੀਡੀ ਪੰਜਾਬੀ। ਹੁਣ ਸਾਨੂੰ ਇਜਾਜ਼ਤ ਦਿਓ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ। ਧੰਨਵਾਦ ਡਾਕਟਰ ਸਾਹਿਬ, ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਜੈ ਹਿੰਦ ਜੀ।